मेरी पीरी दे मालका शहनशाह तेरे चरना तो जावा बलिहार दाता तो साज के तख्त अकाल दाजी बख्श दिता है सिखा नू मान दाता सजा देण लई जाबर जरवाणिया नू सजा देण लई जाबर जरवाणिया नू ते तेगा मेरी दी लई तुसा तान दाता गिने जान ना पर उपकार तेरे हो ते बैंका शहर की करे बयान दाता ते बैंका शहर की करे बयान दाता डंडोत बंदनी अणकबार सर्व कला समरथ डोलन ते राखो प्रभु नानक दे कर हथ सम्मत 1652 हाड़ महीने सी मी मेरा दिवसे तप दे ठर गए सीने सी मी मेरा दिवसे तप दे ठर गए सीने सी ओ जन्म लिया करिया के मां गंगा दलगीरी दे दल पंजन गुर योदे मालक मीरी पीरी दे दल पंजन गुर योदे मालक मीरी पीरी दे सम्मत 1652 हाड़ महीने सी मी मेरा दिवसे तप दे ठर गए सीने सी मी मेरा दिवसे तप दे ठर गए सीने सी ओ जन्म लिया करिया के मां गंगा दलगीरी दे दल पंजन गुर योदे मालक मीरी पीरी दे दल पंजन गुर योदे मालक मीरी पीरी दे खुशियां बहुत मनाइया श्री गुरु अर्जन प्यारे ने पुन दान बड़े कीते लंगर लाते पारे ने खुशियां बहुत मनाइया श्री गुरु अर्जन प्यारे ने पुन दान बड़े कीते लंगर लाते पारे ने पुन दान बड़े कीते लंगर लाते पारे ने ओ जो कर गया सो तर गया दर्शन गैर गंभीरी दे दल पंजन गुर योदे मालक मीरी पीरी दे दल पंजन गुर योदे मालक मीरी पीरी दे पिरथी कैर कमाया सद के दाइस पेरे नू दही विच यार मला के होए दे ता सतगुर मेरे नू
ਦਹੀਂ ਵਿੱਚ ਯਾਰ ਮਿਲਾ ਕੇ ਦੇਤਾ ਸਤਿਗੁਰ ਮੇਰੇ ਨੂੰ। ਉਹ ਪਰ ਮਿੰਟਾਂ ਵਿੱਚ ਪਾਜ ਖੋਲ ਤੇ ਪਾਪ ਅਖੀਰੀ ਦੇ ਦਲ ਪੰਜਣ ਗੁਰ ਯੋਧੇ ਮਾਲਕ ਮੀਰੀ ਪੀਰੀ ਦੇ ਦਲ ਪੰਜਣ ਗੁਰ ਯੋਧੇ ਮਾਲਕ ਮੀਰੀ ਪੀਰੀ ਦੇ। ਓਏ ਜਹਾਂਗੀਰ ਦੀ ਨੀਤੀ ਨੇ ਸੀ ਪੜਥੂ ਪਾ ਦਿੱਤਾ ਬੇਦੋਸ਼ੇ ਗੁਰੂ ਅਰਜਨ ਜੀ ਨੂੰ ਸ਼ਹੀਦ ਕਰਾ ਦਿੱਤਾ ਬੇਦੋਸ਼ੇ ਗੁਰੂ ਅਰਜਨ ਜੀ ਨੂੰ ਸ਼ਹੀਦ ਕਰਾ ਦਿੱਤਾ। ਉਹ ਸ਼ੁਭਨ ਮਾਨ ਲਗਾ ਲੈ ਜ਼ਾਲਮ ਦੀ ਅੱਖ ਟੀਰੀ ਦੇ ਦਲ ਪੰਜਣ ਗੁਰ ਯੋਧੇ ਮਾਲਕ ਮੀਰੀ ਪੀਰੀ ਦੇ ਦਲ ਪੰਜਣ ਗੁਰ ਯੋਧੇ ਮਾਲਕ ਮੀਰੀ ਪੀਰੀ ਦੇ। ਦੋ ਤਲਵਾਰਾਂ ਪੈ ਲਈਆਂ ਮੀਰੀ ਤੇ ਪੀਰੀ ਦੀ ਵਾਹ ਵਾਹ। ਬਾਦਸ਼ਾਹਾਂ ਤੋਂ ਉੱਚੀ ਕਰਤੀ ਸ਼ਾਨ ਫਕੀਰੀ ਦੀ ਦੋ ਤਲਵਾਰਾਂ ਪੈ ਲਈਆਂ ਮੀਰੀ ਤੇ ਪੀਰੀ ਦੀ ਬਾਦਸ਼ਾਹਾਂ ਤੋਂ ਉੱਚੀ ਕਰਤੀ ਸ਼ਾਨ ਫਕੀਰੀ ਦੀ ਬਾਦਸ਼ਾਹਾਂ ਤੋਂ ਉੱਚੀ ਕਰਤੀ ਸ਼ਾਨ ਫਕੀਰੀ ਦੀ। ਉਹ ਸਿਰ ਸ਼ਾਹੀ ਦਸਤਾਰ ਸਜਾਣੀ ਠਾਠੀ ਅਮੀਰੀ ਦੇ ਦਲ ਪੰਜਣ ਗੁਰ ਯੋਧੇ ਮਾਲਕ ਮੀਰੀ ਪੀਰੀ ਦੇ ਦਲ ਪੰਜਣ ਗੁਰ ਯੋਧੇ ਮਾਲਕ ਮੀਰੀ ਪੀਰੀ ਦੇ। ਬਾਦਸ਼ਾਹਾਂ ਦੇ ਵਾਂਗਰ ਕਲਗੀ ਲਾ ਕੇ ਪੈਂਦੇ ਸੀ ਸ਼ਸਤਰ ਤਾਰੀ ਯੋਧੇ ਅਰਦਲ ਦੇ ਵਿੱਚ ਰਹਿੰਦੇ ਸੀ ਸ਼ਸਤਰ ਤਾਰੀ ਯੋਧੇ ਅਰਦਲ ਦੇ ਵਿੱਚ ਰਹਿੰਦੇ ਸੀ। ਉਹ ਹਾਥੀ ਕੋਣੇ ਬਾਜ ਨਗਾਰੇ ਚੋਜ ਅਮੀਰੀ ਦੇ ਦਲ ਪੰਜਣ ਗੁਰ ਯੋਧੇ ਮਾਲਕ ਮੀਰੀ ਪੀਰੀ ਦੇ ਦਲ ਪੰਜਣ ਗੁਰ ਯੋਧੇ ਮਾਲਕ ਮੀਰੀ ਪੀਰੀ ਦੇ। ਹਰ ਮੰਦਰ ਦੇ ਲਾਗੇ ਤਖਤ ਅਕਾਲ ਬਣਾ ਦਿੱਤਾ ਹੁਣ ਧਰਮ ਸਿਆਸਤ ਇਕੱਠੇ ਸਭ ਨੂੰ ਆਖ ਸੁਣਾ ਦਿੱਤਾ ਧਰਮ ਸਿਆਸਤ ਇਕੱਠੇ ਸਭ ਨੂੰ ਆਖ ਸੁਣਾ ਦਿੱਤਾ। ਉਹ ਜੁਗਲ ਪਟਾਉ ਬੀਜ ਬੀਜ ਤੇ ਅਣਖ ਪਨੀਰੀ ਦੇ ਦਲ ਪੰਜਣ ਗੁਰ ਯੋਧੇ ਮਾਲਕ ਮੀਰੀ ਪੀਰੀ ਦੇ ਦਲ ਪੰਜਣ ਗੁਰ ਯੋਧੇ ਮਾਲਕ ਮੀਰੀ ਪੀਰੀ ਦੇ। ਅਣਖੀਓ ਦੇ ਭਰਤੀ ਕਰ ਲੈ ਦੇਸ਼ ਦੁਆਬੇ ਦੇ ਲੈ ਰੱਖ ਜੰਗੀ ਜਰਨੈਲ ਬਿਧੀ ਚੰਦ ਵਰਗੇ ਮਾਝੇ ਦੇ ਲੈ ਰੱਖ ਜੰਗੀ ਜਰਨੈਲ ਬਿਧੀ ਚੰਦ ਵਰਗੇ ਮਾਝੇ ਦੇ। ਉਹ ਆਖਰ ਰਾਜਾ ਚੁੱਕਿਆ ਆ ਕੇ ਸਣੀ ਵਜ਼ੀਰੀ ਦੇ ਦਲ ਪੰਜਣ ਗੁਰ ਯੋਧੇ ਮਾਲਕ ਮੀਰੀ ਪੀਰੀ ਦੇ ਦਲ ਪੰਜਣ ਗੁਰ ਯੋਧੇ ਮਾਲਕ ਮੀਰੀ ਪੀਰੀ ਦੇ। ਜਿਹੜਾ ਵੀ ਜਰਨੈਲ ਗੁਰਾਂ ਤੇ ਚੜ ਕੇ ਆਉਂਦਾ ਰਿਆ ਬੋਪਾ ਰਾਈਆਂ ਲਿਖਦਾ ਆਖਰ ਨੂੰ ਪਛਤਾਉਂਦਾ ਗਿਆ ਜਿਹੜਾ ਵੀ ਜਰਨੈਲ ਗੁਰਾਂ ਤੇ ਚੜ ਕੇ ਆਉਂਦਾ ਰਿਆ ਬੋਪਾ ਰਾਈਆਂ ਲਿਖਦਾ ਆਖਰ ਨੂੰ ਪਛਤਾਉਂਦਾ ਗਿਆ ਬੋਪਾ ਰਾਈਆਂ ਲਿਖਦਾ
ਆਖਰ ਨੂੰ ਪਛਤਾਉਂਦਾ ਗਿਆ। ਉਹ ਚੰਡੀਗੜ੍ਹੀਏ ਬੋਤ ਬੋਲਦੇ ਬੋਲੇ ਅਖੀਰੀ ਦੇ ਦਲ ਪੰਜਣ ਗੁਰਿਓ ਦੇ ਮਾਲਕ ਮੀਰੀ ਪੀਰੀ ਦੇ ਦਲ ਪੰਜਣ ਗੁਰਿਓ ਦੇ ਮਾਲਕ ਮੀਰੀ ਪੀਰੀ ਦੇ। ਪੰਜ ਪਿਆਲੇ ਪੰਜ ਪੀਰ ਛਠਮ ਪੀਰ ਬੈਠਾ ਗੁਰ ਭਾਰੀ ਅਰਜੁਨ ਕਾਇਆ ਪਲਟ ਕੈ ਮੂਰਤ ਹਰ ਗੋਬਿੰਦ ਸੁਆਰੀ ਚੱਲੀ ਪੀੜੀ ਸੋਢੀਆਂ ਰੂਪ ਦਿਖਾਵਣ ਵਾਰੋ ਵਾਰੀ ਦਲ ਪੰਜਣ ਗੁਰ ਸੂਰਮਾ ਵੱਡ ਜੋਧਾ ਬਹੁ ਪਰਉਪਕਾਰੀ ਪੁੱਛਣ ਸਿੱਖ ਸਿੱਖ ਅਰਦਾਸ ਕਰ ਛੇ ਮਹਿਲਾਂ ਤੱਕ ਦਰਸ ਨਿਹਾਰੀ ਅਗਮ ਅਗੋਚਰ ਸਤਿਗੁਰ ਬੋਲੇ ਮੁਖ ਤੇ ਸੁਣੋ ਸੰਸਾਰੀ ਕਲਯੁਗ ਪੀੜੀ ਸੋਢੀਆਂ ਨੇਚਲ ਨੀ ਉਸਾਰ ਖੁਲਾਰੀ ਜੁਗ ਜੁਗ ਸਤਗੁਰ ਜੁਗ ਜੁਗ ਸਤਿਗੁਰ ਧਰੇ ਅਵਤਾਰੀ ਜੁਗ ਜੁਗ ਸਤਿਗੁਰ ਧਰੇ ਅਵਤਾਰੀ ਸੋਹਣਿਆਂ ਦੇ ਸੁਲਤਾਨ ਮੇਰੀ ਪੀਰੀ ਦੇ ਮਾਲਕ ਮਹਾਬਲੀ ਸਤਿਗੁਰੂ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਦਾ ਪ੍ਰਕਾਸ਼ ਦਿਹਾੜਾ ਜਲੰਧਰ ਦੀਆਂ ਸਮੂਹ ਸੰਗਤਾਂ ਬੜੇ ਸ਼ਰਧਾ ਤੇ ਭਾਵਨਾ ਦੇ ਨਾਲ ਉਹਨਾਂ ਦੇ ਚਰਨ ਛੋਹ ਪ੍ਰਾਪਤ ਸਥਾਨ ਤੇ ਬੜੇ ਸ਼ਰਧਾ ਭਾਵਨਾ ਦੇ ਨਾਲ ਰਾਤਰੀ ਦੇ ਦੀਵਾਨ ਵਿੱਚ ਆਪ ਗੁਰੂ ਕੀ ਸੰਗਤ ਵਿੱਚ ਜੁੜ ਬੈਠੇ ਜੇ। ਵਾਹਿਗੁਰੂ ਸਾਡੇ ਤੋਂ ਪਹਿਲਾਂ ਰੱਬੀ ਬਾਣੀ ਦਾ ਕੀਰਤਨ ਆਪ ਸਰਵਣ ਕਰ ਰਹੇ ਸੀ। ਸਿੱਖੋ ਗੁਰਬਾਣੀ ਸਿੱਖ ਦੀ ਆਤਮਾ ਹੈ। ਆਹਾ ਇਤਿਹਾਸ ਸਿੱਖੀ ਦਾ ਸਰੀਰ ਹੈ। ਸੱਚ ਹੈ। ਜਿਹੜੀਆਂ ਕੌਮਾਂ ਆਪਣੇ ਇਤਿਹਾਸ ਨੂੰ ਭੁੱਲ ਜਾਂਦੀਆਂ ਨਾ ਉਹ ਸਲੇਟ ਦੇ ਕੱਚੇ ਅੱਖਰਾਂ ਤਰ੍ਹਾਂ ਸਦਾ ਲਈ ਮਿਟ ਜਾ ਕਰਦੀਆਂ। ਵਾਹਿਗੁਰੂ ਇਤਿਹਾਸ ਕੌਮਾਂ ਦੀ ਜਿੰਦ ਜਾਨ ਤੇ ਪਥ ਪ੍ਰਦਰਸ਼ਕ ਹੋਇਆ ਕਰਦੇ ਆ ਜੋ ਸਮੇਂ-ਸਮੇਂ ਤੇ ਡਿੱਗਦੀ ਢਹਿੰਦੀ ਡੋਲਦੀ ਕੌਮ ਨੂੰ ਉਹਦੇ ਗੌਰਵਮਈ ਵਿਰਸੇ ਤੋਂ ਜਾਣੂ ਕਰਵਾ ਕੇ ਉਹਨੂੰ ਸੱਚੀ ਗਵਾਹੀ ਦੀ ਪ੍ਰੇਰਣਾ ਦੇ ਕੇ ਜਾਗਰੂਕ ਕਰਨ ਤੇ ਉਸ ਨੂੰ ਲੜ ਮਰਨ ਤੇ ਕੁਝ ਕਰ ਗੁਜ਼ਰਨ ਦੇ ਸਮਰੱਥ ਬਣਾਉਣ ਲਈ ਵਾਹਿਗੁਰੂ ਇਤਨੀ ਤਾਕਤ ਰੱਖਦੇ ਹਨ। ਸਿੱਖ ਕੌਮ ਨੂੰ ਆਪਣੇ ਅਦੁੱਤੀ ਤੇ ਵਡਮੁੱਲੇ ਇਤਿਹਾਸ ਉੱਤੇ ਮਾਣ ਹੈ ਆਹਾ ਜਿਹਦਾ ਦੁਨੀਆ ਭਰ ਵਿੱਚ ਕੋਈ ਸਾਨੀ ਨਹੀਂ। ਵਾਹਿਗੁਰੂ ਸੋ ਪ੍ਰਬੰਧਕ ਜਨਾਂ ਨੇ ਬਹੁਤ ਹੀ ਵਧੀਆ ਗੁਲਦਸਤਾ ਬਣਾਉਣ ਦੀ ਕੋਸ਼ਿਸ਼ ਕੀਤੀ ਆ। ਵਾਹ ਵਾਹ ਮੈਨੂੰ ਦੱਸ ਰਹੇ ਸੀ 28 ਤਰੀਕ ਤੋਂ ਇਹ ਨਿਰੰਤਰ ਗੁਰੂ ਮਹਾਰਾਜ ਦਾ ਜਸ ਹੋ ਰਿਹਾ ਔਰ ਬੜੇ ਸ਼ਰਧਾ ਤੇ ਭਾਵਨਾ ਦੇ ਨਾਲ ਸੰਗਤਾਂ ਮਹਾਰਾਜ ਦਾ ਜਸ ਸਰਵਣ ਕਰਕੇ ਆਪਣੇ ਅਨਮੋਲਕ ਜੀਵਨ ਦੀਆਂ ਘੜੀਆਂ ਨੂੰ ਸਫਲੀਆਂ ਕਰ ਰਹੇ ਹੋ। ਆਓ ਸਭ ਤੋਂ ਪਹਿਲੋਂ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਦੇ ਪੋਤਰੇ ਆਹਾ ਗੁਰੂ ਤੇਗ ਬਹਾਦਰ ਮਹਾਰਾਜ ਦੇ ਲਖਤੇ ਜਿਗਰ ਨੀਲੇ ਦੇ ਸ਼ਾਹ ਸਵਾਰ ਸ਼ਹਿਰਾਂ ਦੇ ਬਾਦਸ਼ਾਹ ਪੰਥ ਦੇ ਵਾਲੀ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਬਖਸ਼ਿਸ਼ ਦੁਹਰਾਈਏ। ਕੋਈ ਵੀ ਰਸਨਾ ਵਾਂਝੀ ਨਾ ਰਹਿ। ਸਭ ਮਾਈ ਭਾਈ ਫਤਿਹ ਦੇ ਸਿਮਰਨ ਨਾਲ ਜੁੜੋ ਔਰ ਉਸ ਸਿਮਰਨ ਦੇ ਮਿਲੇ ਬਲ ਵਿੱਚੋਂ ਦਾਸਰਿਆਂ ਨੂੰ ਕੁਝ ਬੋਲਣ ਦਾ ਬਲ ਬਖਸ਼ ਕਰੋ। ਪਿਆਰ ਸਹਿਤ ਸਾਹਿਬਾਂ ਨੂੰ ਸੀਸ ਝੁਕਾਓ ਤੇ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਵਾਹਿਗੁਰੂ ਜੀ ਫਤਿਹ। ਕੀ ਫਤਿਹ। ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦਾ ਆਨੰਦ ਕਾਰਜ ਜ਼ਿਲ੍ਹਾ ਜਲੰਧਰ ਪਿੰਡ ਮਾਓ ਵਿੱਚ ਹੋਇਆ। ਮਾਤਾ ਗੰਗਾ ਜੀ ਦੇ ਨਾਲ ਗੁਰੂ ਰਾਮਦਾਸ ਮਹਾਰਾਜ ਦੇ 3 ਪੁੱਤਰ ਸਨ। ਬਾਬਾ ਪਿਰਥੀ ਚੰਦ ਜੀ ਉਸ ਤੋਂ ਛੋਟੇ, ਮਹਾਦੇਵ ਤੇ ਉਸ ਤੋਂ ਛੋਟੇ ਸ੍ਰੀ ਅਰਜਨ ਦੇਵ ਜੀ। ਵਾਹਿਗੁਰੂ ਜਿਹੜਾ ਪਿਰਥੀ ਚੰਦ ਸੀ ਉਹ ਵੱਡਾ ਸੀ। ਉਹਦੇ ਘਰਵਾਲੀ ਦਾ ਨਾਂ ਸੀ ਬੀਬੀ ਕਰਮੋ, ਜਿਹਦਾ ਇੱਕ ਪੁੱਤਰ ਸੀ ਜਿਹਦਾ ਇਤਿਹਾਸ ਵਿੱਚ ਨਾਮ ਆਇਆ ਮਿਹਰਬਾਨ। ਆਹਾ ਗੁਰੂ ਅਰਜਨ ਸਾਹਿਬ ਜੀ ਦੀ ਸ਼ਾਦੀ ਹੋਇਆਂ ਨੂੰ 15 ਵਰੇ ਬੀਤ ਚੁੱਕੇ ਆ। ਵਾਹਿਗੁਰੂ ਘਰ ਵਿੱਚ ਕੋਈ ਸੰਤਾਨ ਨਹੀਂ। ਇੱਕ ਦਿਨ ਮਾਤਾ ਗੰਗਾ ਜੀ ਨੇ ਕੀਮਤੀ ਦਿਸ਼ਾਲੇ, ਕੀਮਤੀ ਰੁਮਾਲੇ ਜਦੋਂ ਚਮਾਸੇ ਦੇ ਦਿਨ ਨਿਕਲਦੇ ਹਨ ਤੇ ਭੈਣਾਂ ਬੀਬੀਆਂ ਟਰੰਕਾਂ ਚੋਂ ਸੰਦੂਖਾਂ ਵਿੱਚੋਂ ਫਿਰ ਬਿਸਤਰੇ ਕੱਢ ਕੇ ਬਾਹਰ ਉਹਨਾਂ ਦਾ ਸਲਾਬਾ ਖਤਮ ਕਰਦੀਆਂ। ਆਹਾ ਸੁੱਕਣੇ ਪਾਏ ਹੋਏ ਸਨ ਕੀਮਤੀ ਦਿਸ਼ਾਲੇ। ਇਹਨਾਂ ਝਿਲਮਿਲ ਕਰਦਿਆਂ ਦਿਸ਼ਾਲਿਆਂ ਉੱਤੇ ਨਜ਼ਰ ਇਹਦੀ ਜਠਾਣੀ ਕਰਮੋਂ ਦੀ ਪਈ। ਮਨ ਲਲਚਾ ਗਿਆ, ਜੇ ਕਿਤੇ ਇਹਨਾਂ ਚੀਜ਼ਾਂ ਦੀ ਮਾਲਕ ਮੈਂ ਹੁੰਦੀ ਤੇ ਕਿੱਡਾ ਚੰਗਾ ਹੁੰਦਾ। ਆਹਾ ਇੱਕ ਮੈਲੀ ਦੀ ਚਾਦਰ ਲੈ ਕੇ ਟੁੱਟੀ ਜੀ ਮੰਜੀ ਤੇ ਪੈ ਗਈ ਆ। ਜਦੋਂ ਪਿਰਥੀ ਚੰਦ ਨੇ ਉਹਦਾ ਹਾਲ ਵੇਖਿਆ ਉਹਨੇ ਆਖਿਆ ਗੰਗਾ ਤੇਰੇ ਤੇ ਨਿਰਾਸ਼ਤਾ ਕਿਉਂ? ਉਹਨੇ ਆਖਿਆ ਤੂੰ ਆਪਣੇ ਜੇ ਕਿਤੇ ਬਾਪ ਦਾ ਕਹਿਣਾ ਮੰਨ ਲੈਨੋ
ਤੇ ਜਿਹੜੀਆਂ ਚੀਜ਼ਾਂ ਮੇਰੀ ਦਰਾਣੀ ਗੰਗਾ ਸੰਭਾਲੀ ਬੈਠੀ ਆ, ਇਹਨਾਂ ਚੀਜ਼ਾਂ ਦੀ ਮਾਲਕ ਮੈਂ ਹੋਣਾ ਸੀ। ਉਹਨੇ ਆਖਿਆ ਕਰਮੋ ਤੂੰ ਕਮਲੀ ਆ, ਜਿਹੜੀਆਂ ਇਹ ਗੰਗਾ ਚੀਜ਼ਾਂ ਸੰਭਾਲ ਕੇ ਰੱਖ ਰਹੀ ਆ ਨਾ, ਇਹ ਆਪਣੇ ਤੇ ਮਿਹਰ ਬਣ ਹੋ ਗਈਆਂ। ਇਹ ਗੰਗਾ ਨੇ ਜੱਗ ਤੋਂ ਔਂਤਰਿਆ ਜਾਣਾ, ਇਹਦੇ ਘਰ ਵਿੱਚ ਕੋਈ ਪੁੱਤਰ ਨਹੀਂ ਹੋਣਾ। ਜਦੋਂ ਇਹ ਬੋਲੀ ਮਾਰੀ ਗੰਗਾ ਮਾਤਾ ਗੰਗਾ ਜੀ ਨੂੰ, ਮਾਤਾ ਗੰਗਾ ਜੀ ਦੇ ਚਿਹਰੇ ਤੇ ਨਿਰਾਸ਼ਤਾ ਜਦੋਂ ਗੁਰੂ ਅਰਜਨ ਸਾਹਿਬ ਨੇ ਵੇਖੀ ਤੇ ਪੁੱਛਿਆ ਗੰਗਾ ਤੇਰੇ ਚਿਹਰੇ ਤੇ ਨਿਰਾਸ਼ਤਾ ਕਿਉਂ? ਗੋਲੀ ਨੇ ਫਟਾਫਟ ਦੱਸਿਆ ਮਹਾਰਾਜ ਮੈਂ ਦੱਸਦੀ ਹਾਂ, ਤੁਹਾਡੇ ਭਰਾ ਤੁਹਾਡੀ ਭਰਜਾਈ ਨੇ ਮਿਹਣਾ ਮਾਰਿਆ ਵੀ ਗੰਗਾ ਦੇ ਘਰ ਕੋਈ ਪੁੱਤਰ ਨਹੀਂ ਹੋਣਾ, ਇਹ ਜੱਗ ਤੋਂ ਔਂਤਰੀ ਜਾਣਾ। ਜਿਹੜੀਆਂ ਚੀਜ਼ਾਂ ਇਹ ਸੰਭਾਲ ਕੇ ਰੱਖ ਲਈ ਆਪਣੀਆਂ ਮਿਹਰਬਾਨ ਜੋਗੀਆਂ ਹੀ ਆ, ਤੇ ਜਿਹੜਾ 6ਵਾਂ ਗੁਰੂ ਗੱਦੀ ਤੇ ਬਹਿਣਾ ਉਹ ਵੀ ਸਾਡਾ ਪੁੱਤਰ ਮਿਹਰਬਾਨ ਹੀ ਬਹਿਣਾ। ਗੁਰੂ ਅਰਜਨ ਸਾਹਿਬ ਕਹਿਣ ਲੱਗੇ ਗੰਗਾ ਲੋਕਾਂ ਦੇ ਲਾਮਿਆਂ ਤਾਨਿਆਂ ਤੋਂ ਆਪਣੇ ਜੀਵਨ ਨੂੰ ਉੱਚਾ ਰੱਖੀਦਾ ਹੁੰਦਾ ਤੇ ਰੱਬ ਦੀ ਰਜ਼ਾ ਵਿੱਚ ਰਹਿ ਕੇ ਆਪਣਾ ਜੀਵਨ ਬਤੀਤ ਕਰੀਦਾ। ਰੱਬ ਕੀ ਰਜਾਏ ਮੰਨੇ ਸਿਰ ਉੱਪਰ, ਮੰਨੇ ਸਿਰ ਉੱਪਰ ਕਰਤਾ ਮੰਨੇ ਆਪ ਗਵਾਏ। ਆਪ ਗਵਾਏ। ਮਹਾਰਾਜ ਤੁਹਾਡਾ ਹੁਕਮ ਸਿਰ ਮੱਥੇ ਤੇ, ਪਰ ਇੱਕ ਪੁੱਤਰ ਦੀ ਦਾਤ ਬਖਸ਼ ਕਰੋ। ਮਹਾਰਾਜ ਕਹਿਣ ਲੱਗੇ ਫਿਰ ਨਿਰਾਸ਼ ਹੋਣ ਦੀ ਜ਼ਰੂਰਤ ਨਹੀਂ, ਕਿਸੇ ਗੁਰੂ ਕੇ ਸਿੱਖ ਦੀ ਸੇਵਾ ਕਰੋ ਤੁਹਾਨੂੰ ਪੁੱਤਰ ਮਿਲ ਜਾਏਗਾ। ਵਾਹ ਵਾਹ। ਭਾਵੇਂ ਆਪ ਸਾਰੀਆਂ ਦਾਤਾਂ ਦੇ ਦੇਣ ਦੇ ਮਾਲਕ ਸਨ, ਪਰ ਉਹਨਾਂ ਮਾਣ ਆਪਣੇ ਸੇਵਕ ਨੂੰ ਦੇਣਾ ਸੀ। ਜਾਓ ਗੁਰੂ ਨਾਨਕ ਸਾਹਿਬ ਦੇ ਪੁਰਾਣੇ ਸਿੱਖ ਬਾਬਾ ਬੁੱਢਾ ਸਾਹਿਬ ਦੇ ਕੋਲ ਜਾਓ, ਜਦੋਂ ਉਹ ਅਰਦਾਸ ਕਰਨਗੇ ਉਹਨਾਂ ਦੀ ਕੀਤੀ ਹੋਈ ਅਰਦਾਸ ਪੂਰੀ ਹੋਏਗੀ। ਇਤਿਹਾਸ ਆਪ ਸੁਣਦੇ ਰਹਿੰਦੇ ਜੇ। ਮਾਤਾ ਗੰਗਾ ਜੀ ਰੱਥਾਂ ਉੱਤੇ ਬਹਿ ਕੇ ਕਈ ਪ੍ਰਕਾਰ ਦੇ ਭੋਜਨ ਲੈ ਕੇ ਜਦੋਂ ਬੀੜ ਸਾਹਿਬ ਵਿੱਚ ਗਏ ਤੇ ਬਾਬਾ ਬੁੱਢਾ ਸਾਹਿਬ ਜੀ ਦੇ ਗਾੜੀ ਉਹ ਭੋਜਨ ਖੋਲੇ। ਬਾਬਾ ਜੀ ਨੇ ਆਖਿਆ ਮਾਤਾ ਜੀ ਇਹ ਭੋਜਨ ਸਾਡੇ ਛਕਣ ਵਾਲੇ ਨਹੀਂਗੇ, ਵਾਹਿਗੁਰੂ ਅਸੀਂ ਤੇ ਰੁੱਖੀ ਮਿੱਸੀ ਖਾ ਕੇ ਗੁਜ਼ਾਰਾ ਕਰਨ ਵਾਲੇ ਆ। ਓਹੋ। ਜਦੋਂ ਪੁੱਤਰ ਦੀ ਮੰਗ ਕੀਤੀ ਤੇ ਬਾਬਾ ਬੁੱਢਾ ਸਾਹਿਬ ਕਹਿਣ ਲੱਗੇ ਜੇ ਇਹਨਾਂ ਦਾਤਾਂ ਦੇ ਮਾਲਕ ਅਸੀਂ ਹੁੰਦੇ ਤੇ ਇੱਥੇ ਘਾਹ ਹੀ ਖੋਦਦੇ। ਇਹਨਾਂ ਦਾਤਾਂ ਦੇ ਮਾਲਕ ਤੇ ਗੁਰੂ ਅਰਜਨ ਸਾਹਿਬ ਆਪ ਆ। ਵਰ ਨਹੀਂ ਮਿਲਿਆ ਵਾਪਸ ਆ ਗਿਆ। ਗੁਰੂ ਅਰਜਨ ਸਾਹਿਬ ਜੀ ਨੂੰ ਪਤਾ ਲੱਗਾ ਵੀ ਗੰਗਾ ਬੜੇ ਟੌਰ ਕੱਢ ਕੇ ਗੋਲੀਆਂ ਦੇ ਨਾਲ ਗਈ ਸੀ ਤੇ ਵਰ ਨਹੀਂ ਮਿਲਿਆ। ਗੁਰੂ ਅਰਜਨ ਸਾਹਿਬ ਕਹਿਣ ਲੱਗੇ ਗੰਗਾ ਜੀ ਜਦੋਂ ਸਾਧਾ ਮਹਾਂਪੁਰਸ਼ਾਂ ਦੇ ਡੇਰਿਆਂ ਤੇ ਜਾਈਦਾ ਨਾ ਉਦੋਂ ਨਿਮਾਣੇ ਬਣ ਕੇ ਜਾਈਦਾ, ਨਿਮਰਤਾ ਧਾਰ ਕੇ ਜਾਈਦੀ ਆ। ਜੇ ਪੁੱਤਰ ਦੀ ਮਨ ਦੇ ਅੰਦਰ ਲਾਲਸਾ ਤੇ ਫਿਰ ਨਿਮਰਤਾ ਧਾਰ ਕੇ ਜਾਓ ਤੇ ਆਪ ਚੱਕੀ ਉੱਤੇ ਆਟਾ ਪੀਸੋ, ਲੰਗਰ ਆਪ ਤਿਆਰ ਕਰੋ, ਦਹੀਂ ਲੱਸੀ ਮੱਖਣ ਜਦੋਂ ਇਹ ਪ੍ਰਸ਼ਾਦਾ ਲੈ ਕੇ ਜਾਓਗੇ ਬਾਬਾ ਜੀ ਜ਼ਰੂਰ ਪ੍ਰਸੰਨ ਹੋਣਗੇ। ਮਾਤਾ ਗੰਗਾ ਜੀ ਉਸੇ ਤਰ੍ਹਾਂ ਬੜੀ ਨਿਮਰਤਾ ਦੇ ਨਾਲ ਆਪ ਚੱਕੀ ਉੱਤੇ ਆਟਾ ਪੀਸਿਆ, ਆਪ ਦੁੱਧ ਰਿੜਕੇ ਲੱਸੀ ਮੱਖਣ ਦਹੀਂ ਗੰਢਾ ਅਚਾਰ ਜਦੋਂ ਜੱਟਾਂ ਵਾਲਾ ਖਾਣਾ ਲੈ ਕੇ ਬੀੜ ਵਿੱਚ ਗਏ ਤੇ ਇਤਿਹਾਸ ਵਿੱਚ ਜ਼ਿਕਰ ਆਉਂਦਾ ਬਾਬਾ ਬੁੱਢਾ ਸਾਹਿਬ ਜੀ ਕਹਿਣ ਲੱਗੇ ਮਾਤਾ ਜੀ ਅੱਜ ਭੁੱਖ ਬੜੀ ਲੱਗੀ ਆ, ਜੇ ਮਾਵਾਂ ਨਾ ਪੁੱਤਾਂ ਦਾ ਖਿਆਲ ਕਰਨ ਤੇ ਫਿਰ ਕੌਣ ਕਰੇ। ਵਾਹਿਗੁਰੂ। ਛੇਤੀ ਪ੍ਰਸ਼ਾਦਾ ਖੋਲੋ। ਮਾਤਾ ਜੀ ਨੇ ਉਹ ਪ੍ਰਸ਼ਾਦੇ ਖੋਲਿਆ, ਬਾਬਾ ਬੁੱਢਾ ਸਾਹਿਬ ਜੀ ਦੇ ਹੱਥ ਤੇ ਰੱਖਿਆ। ਇੱਕ ਜਦੋਂ ਗੰਢਾ ਰੱਖਿਆ ਤੇ ਬਾਬਾ ਬੁੱਢਾ ਸਾਹਿਬ ਜੀ ਨੇ ਮੁੱਕੀ ਮਾਰੀ ਗੰਢੇ ਉੱਤੇ, ਉਹਦੇ ਵਿੱਚੋਂ ਛੋਟਾ ਗੰਢਾ ਪੁੜ ਕੇ ਬਾਹਰ ਨਿਕਲ ਗਿਆ। ਬਾਬਾ ਬੁੱਢਾ ਸਾਹਿਬ ਜੀ ਨੇ ਵਰ ਦਿੱਤਾ ਮਾਤਾ ਜੀ ਤੁਹਾਡੇ ਘਰ ਵਿੱਚ ਉਹ ਮਾਂ ਬੜੀ ਪੁੱਤਰ ਪੈਦਾ ਹੋਏਗਾ ਜਿਹੜਾ ਦੁਸ਼ਟਿਆਂ ਦੀਆਂ ਸਿਰੀਆਂ ਜਿਸ ਤਰ੍ਹਾਂ ਅਸੀਂ ਗੰਢਾ ਭੰਨਿਆ ਨਾ ਇਸ ਤਰ੍ਹਾਂ ਭੰਨਿਆ ਕਰੇਗਾ। ਇੱਕ ਇੱਕ ਬੁਰਕੀ ਦੇ ਨਾਲ ਬਾਬਾ ਬੁੱਢਾ ਸਾਹਿਬ ਜੀ ਕਿੰਨੇ ਕਿੰਨੇ ਵਾਰ ਮਾਤਾ ਗੰਗਾ ਜੀ ਨੂੰ ਦੇ ਰਹੇ ਆ। ਲੈਣਾ ਬੜੀਆਂ ਕਾਬਲੇ ਗੌਰ ਤੁਹਾਡੇ ਸਾਹਮਣੇ ਇੰਜ ਬਿਆਨ ਕੀਤੀਆਂ ਜਾ ਰਹੀਆਂ। गंडा पर चकिया बाबे प्रेम से शकिया बाबे बोले फिर ब्रह्म ज्ञानी गोबिंद पधारेगा माड़े नू जीवन बख्शू दुष्टा नू मारेगा होवेगा बलि सूरमा। दर्शन नू लोक आउणगे मुंह मंगे फल पाउणगे सारा जग सिफत करेगा माड़े दी ढाल दी दुनिया ते उपमा हो जू गंगा दे लाल दी बोले फिर ब्रह्म ज्ञानी। गंडा पर चकिया बाबे प्रेम से शकिया बाबे बोले फिर ब्रह्म ज्ञानी गोबिंद पधारेगा माड़े नू जीवन बख्शू दुष्टा नू मारेगा होवेगा बलि सूरमा। ओ दर्शन नू लोक आउणगे मुंह
ਮਾੜੇ ਦੀ ਢਾਲ ਦੀ ਦੁਨੀਆ ਤੇ ਉਪਮਾ ਹੋ ਜੂ ਗੰਗਾ ਦੇ ਲਾਲ ਦੀ ਬੋਲੇ ਫਿਰ ਬ੍ਰਹਮ ਗਿਆਨੀ ਦੁਨੀਆ ਤੇ ਛਲੀ ਨਾ ਛੱਡੂ ਨੇਕੀ ਦੇ ਝੰਡੇ ਕੱਢੂ ਤਕੜੇ ਦੀ ਆਕੜ ਪੰਨੂ ਸੱਚ ਨੂੰ ਸਤਿਕਾਰੇਗਾ ਮਾੜੇ ਨੂੰ ਜੀਵਨ ਬਖਸ਼ੂ ਦੁਸ਼ਟਾਂ ਨੂੰ ਮਾਰੇਗਾ ਹੋਵੇਗਾ ਬਲੀ ਸੂਰਮਾ ਉਹ ਜਿਨ੍ਹਾਂ ਨੇ ਟੱਕਰ ਲਾਉਣੀ ਉਹਨਾਂ ਨੇ ਧੌਣ ਬਣਾਉਣੀ ਤੁਰੇਗਾ ਨਬਜ ਸਮਝ ਕੇ ਸਮੇਂ ਦੀ ਚਾਲ ਦੀ ਦੁਨੀਆ ਤੇ ਉਪਮਾ ਹੋ ਜੂ ਗੰਗਾ ਦੇ ਲਾਲ ਦੀ ਬੋਲੇ ਫਿਰ ਬ੍ਰਹਮ ਗਿਆਨੀ ਓਏ ਪਾਪਾਂ ਦਾ ਨਾਸ਼ ਕਰੇਗਾ ਤੇ ਸੱਚ ਦਾ ਪ੍ਰਕਾਸ਼ ਕਰੇਗਾ ਪਾਪਾਂ ਦਾ ਨਾਸ਼ ਕਰੇਗਾ ਸੱਚ ਦਾ ਪ੍ਰਕਾਸ਼ ਕਰੇਗਾ ਜ਼ਿੰਦਗੀ ਵਿੱਚ ਜਿੱਤਾ ਜਿੱਤੂ ਕਦੇ ਨਾ ਹਾਰੇਗਾ ਮਾੜੇ ਨੂੰ ਜੀਵਨ ਬਖਸ਼ੂ ਦੁਸ਼ਟਾਂ ਨੂੰ ਮਾਰੇਗਾ ਹੋਵੇਗਾ ਬਲੀ ਸੂਰਮਾ ਉਹ ਦੂਰਾਂ ਤੋਂ ਲੋਕ ਆਉਣਗੇ ਸਤਿਗੁਰ ਦੇ ਦਰਸ਼ ਪਾਉਣਗੇ ਪ੍ਰਿਥੀ ਜੰਦ ਕਰੂ ਈਰਖਾ ਭੇਟਾ ਹੋ ਕਾਲ ਦੀ ਦੁਨੀਆ ਤੇ ਉਪਮਾ ਹੋ ਜੂ ਗੰਗਾ ਦੇ ਲਾਲ ਦੀ ਬੋਲੇ ਫਿਰ ਬ੍ਰਹਮ ਗਿਆਨੀ ਮਾਤਾ ਜੀ ਤੁਹਾਡੀ ਸੇਵਾ ਨੂੰ ਲੱਗੂ ਮੇਵਾ ਸਤਿਗੁਰ ਮਾਂ ਬਲੀ ਹੋਵੇਗਾ ਸੋਢੀ ਕੋ ਤਾਰੇਗਾ ਮਾੜੇ ਨੂੰ ਜੀਵਨ ਬਖਸ਼ੂ ਦੁਸ਼ਟਾਂ ਨੂੰ ਮਾਰੇਗਾ ਹੋਵੇਗਾ ਬਲੀ ਸੂਰਮਾ ਉਹ ਅਰਸ਼ਾਂ ਚੋਂ ਫੁੱਲ ਵਰਨਗੇ ਦਿਉਤਿਆਂ ਦਰਸ ਕਰਨਗੇ ਦਰਸ਼ਨ ਕਰ ਤਰੂ ਪਾਲਟੀ ਚੋਗੀ ਦੇ ਨਾਲ ਦੀ ਦੁਨੀਆ ਤੇ ਉਪਮਾ ਹੋ ਜੂ ਗੰਗਾ ਦੇ ਲਾਲ ਦੀ ਬੋਲੇ ਬ੍ਰਹਮ ਗਿਆਨੀ ਹੋ ਸਤਿ ਸ੍ਰੀ ਅਕਾਲ ਕੁਝ ਸੱਜਣਾ ਨੇ ਸਿਰ ਜਿਹਾ ਲਾਇਆ ਤੇ ਮੈਨੂੰ ਆਸ ਜੀ ਵੱਜ ਗਈ ਆ ਸੰਤ ਨਿਧਾਨ ਸਿੰਘ ਜੀ ਕਥਾ ਕਰ ਰਹੇ ਸੀ ਤੇ ਉਹਨਾਂ ਕਥਾ ਕਰਦਿਆਂ ਕੁਰਾਨ ਦੀ ਐਤ ਇੱਕ ਗਲਤ ਪੜ੍ਹਤੀ ਵਾਹਿਗੁਰੂ ਤੇ ਇੱਕ ਮੁਸਲਮਾਨ ਵਿੱਚੋਂ ਉੱਠ ਕੇ ਖਲੋ ਗਿਆ ਆਂਦਾ ਸਾਹਿਬਾ ਗਲਤ ਮਤ ਬਕੇ ਵਾਹਿਗੁਰੂ ਤੇ ਆਲਮ ਸਾਹਿਬ ਨੇ ਗੁੱਸਾ ਨਹੀਂ ਕੀਤਾ ਉਹਨੇ ਕੁਰਾਨ ਦੀ ਉਹੋ ਹੀ ਐਤ ਫਿਰ ਸਹੀ ਪੜ੍ਹਤੀ ਤੇ ਮੁਸਲਮਾਨ ਫਿਰ ਉੱਠ ਕੇ ਖਲੋ ਗਿਆ ਆਂਦਾ ਸਾਹਿਬਾ ਪਹਿਲੇ ਗਲਤ ਔਰ ਅਬ ਸਹੀ ਕਿਉਂ ਆਂਦਾ ਵੀ ਗਲਤ ਸਹੀ ਮੈਂ ਇਸ ਕਰਕੇ ਪੜਿਆ ਸੀ ਵੀ ਮੈਂ ਵੇਖਣਾ ਚਾਹੁੰਦਾ ਸਾਂ ਵੀ ਮੈਂ ਕੰਨਾਂ ਵਾਲਿਆਂ ਦੇ ਗਾੜੀ ਰੋਣ ਡਿਆ ਕਿ ਬੋਲਿਆਂ ਦੇ ਗਾੜੀ ਰੋਣ ਡਿਆ ਵਾਹਿਗੁਰੂ ਮੈਨੂੰ ਯਕੀਨ ਹੈ ਜਿੰਨੇ ਕੁ ਸਰੀਰ ਬੈਠੇ ਜੇ ਵਾਹ ਕੰਨਾਂ ਵਾਲੇ ਬੈਠੇ ਜੇ ਸੱਚ ਹੈ ਇਹਦੇ ਕਮੇਟੀ ਵਾਲੇ ਤੇ ਦਫ਼ਤਰੋਂ ਨਹੀਂ ਨਿਕਲਦੇ ਵਾਹਿਗੁਰੂ ਤੁਸੀਂ ਸਾਰੇ ਹੀ ਸ਼ਰਧਾਵਾਨ ਜੇ ਤੇ ਬੜੇ ਪਿਆਰ ਦੇ ਨਾਲ ਬਹਿ ਕੇ ਸਰਵ ਕਰ ਜੇ ਵਾਹ ਤੇ ਧਿਆਨ ਦੀ ਤੇ ਸਾਰੀ ਗੱਲ ਹੈ ਗੁਰੂ ਅਰਜਨ ਸਾਹਿਬ ਜੀ ਇੱਕ ਪਵਿੱਤਰ ਬਾਣੀ ਸੁਖਮਣੀ ਸਾਹਿਬ ਦੀ ਚ ਇੱਕ ਪੰਕਤੀ ਤੇ ਬੜਾ ਜ਼ੋਰ ਦਿੰਦੇ ਆ ਕਹਿੰਦੇ ਪ੍ਰਭ ਕੀ ਉਸਤਤ ਕਰਹੁ ਸੰਤ ਮੀਤ ਸਾਵਧਾਨ ਇਕਾਗਰ ਚੀਤ ਲਾਜ਼ਮੀ ਗੱਲ ਹੈ ਕਿ ਜਿੰਨਾ ਚਿਰ ਬੰਦੇ ਦਾ ਮਨ ਬਿਰਤੀ ਨਹੀਂ ਇਕਾਗਰ ਹੁੰਦਾ ਨਾ ਤੇ ਕੋਈ ਗੁਰੂ ਦੀ ਗੱਲ ਕਹੀ ਜਾ ਤੇ ਨਾ ਸੁਣੀ ਜਾ ਸਕਦੀ ਹੈ ਵਾਹਿਗੁਰੂ ਸਾਡੀਆਂ ਭੈਣਾਂ ਲੰਗਰ ਹੱਥਾਂ ਨਾਲ ਤਿਆਰ ਕਰਦੀਆਂ ਨਾ ਆਪਾਂ ਸਾਰੇ ਮੁੱਖ ਨਾਲ ਛਕਦੇ ਹਾਂ ਵਾਹਿਗੁਰੂ ਇਹ ਜਿਹੜਾ ਸ਼ਬਦ ਦਾ ਲੰਗਰ ਆ ਨਾ ਇਹਨੂੰ ਮੁੱਖ ਨਾਲ ਤਿਆਰ ਕਰਨਾ ਇਹਨੂੰ ਕੰਨਾਂ ਦੇ ਨਾਲ ਛਕਣਾ ਫਿਰ ਬਾਤ ਬਣੇਗੀ ਜਦੋਂ ਰਸਨਾ ਤੇ ਹਿਰਦਾ ਇੱਕ ਹੋ ਗਿਆ ਗੁਰੂ ਰਹਿਮਤ ਕਰ ਦੇਗਾ ਸਤਿਗੁਰੂ ਕਿਰਪਾ ਕਰੇ ਮਾਂ ਬਾਬਾ ਬੁੱਢਾ ਸਾਹਿਬ ਜੀ ਅੱਜ ਦਿਆਂ ਬਾਬਿਆਂ ਵਾਂਗੂ ਉੱਥੇ ਪਾਣੀ ਦੀਆਂ ਬੋਤਲਾਂ ਲੈ ਕੇ ਨਹੀਂ ਸੀ ਬੈਠੇ ਲਾਚੀਆਂ ਕਰ ਨਹੀਂ ਸੀ ਦਿੰਦੇ ਸੁਆਹ ਦੀਆਂ ਪੁੜੀਆਂ ਬਨ ਕੇ ਨਹੀਂ ਸੀ ਦਿੰਦੇ ਬਾਬਾ ਬੁੱਢਾ ਸਾਹਿਬ ਜੀ ਘਾਹ ਖੋਦ ਕੇ ਰੰਬੇ ਦੇ ਨਾਲ ਮੱਝਾਂ ਗਾਵਾਂ ਨੂੰ ਪਾ ਕੇ ਉਹਨਾਂ ਦਾ ਦੁੱਧ ਚੋ ਕੇ ਗਾਗਰਾਂ ਵਿੱਚ ਪਾ ਕੇ ਗੁਰੂ ਰਾਮਦਾਸ ਜੀ ਦੇ ਲੰਗਰ ਚ ਪਹੁੰਚਾਇਆ ਕਰਦੇ ਸੀ ਵਾਹ ਅੱਜ ਵੀ ਪੰਜਾਬ ਦੇ ਬਹੁਤ ਸਾਰੇ ਦੋਧੀ ਗਾਗਰਾਂ ਵਿੱਚ ਦੁੱਧ ਲੈ ਕੇ ਜਾਂਦੇ ਆ ਵਾਹਿਗੁਰੂ तो बाबा बुड्ढा साहब जी ने वचन कीते तुमरे ग्रह परगटे गो जोदा वाह वाह
ਜਾਂ ਕਾ ਬਲ ਬੁੱਧ ਕਿਨਹੂ ਨਾ ਸੋਦਾ। ਮਾਤਾ ਜੀ ਤੁਹਾਡੇ ਘਰ ਵਿੱਚ ਉਹ ਮਾਂ ਬਲੀ ਪੁੱਤਰ ਪੈਦਾ ਹੋਏਗਾ ਜਿਹਦਾ ਬਲ ਮਾਪਿਆਂ ਤੋਲਿਆ ਨਹੀਂ ਜਾਏਗਾ। ਵਾਹ ਵਾਹ। ਧੰਨ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਜੀ ਗੁਰੂ ਕੀ ਵਡਾਲੀ ਵਿਖੇ 1595 ਨੂੰ ਜਿਸ ਤਰ੍ਹਾਂ ਮਾਤਾ ਗੰਗਾ ਜੀ ਦੀ ਕੁੱਖ ਨੂੰ ਭਾਗ ਲਾ ਕੇ ਸਤਿਗੁਰੂ ਇਸ ਧਰਤੀ ਤੇ ਆਉਂਦੇ ਆ। ਗੁਰੂ ਅਰਜਨ ਸਾਹਿਬ ਜੀ ਨੇ ਕਿਸ ਤਰ੍ਹਾਂ ਗਰੀਬਾਂ ਨੂੰ ਝੋਲੀਆਂ ਭਰ ਭਰ ਕੇ ਤੋਰਿਆ, ਕਿਸ ਤਰ੍ਹਾਂ ਆ ਕੇ ਮਾਤਾ ਗੰਗਾ ਜੀ ਨੂੰ ਸੰਗਤਾਂ ਵਧਾਈਆਂ ਦੇ ਰਹੀਆਂ, ਉਹਨਾਂ ਲੈਣਾ ਨੂੰ ਤੁਹਾਡੇ ਸਾਹਮਣੇ ਜੋੜੀ ਕਵਿਤਾ 'ਚ ਇੰਜ ਬਿਆਨ ਕਰ ਰਹੀ ਵੀ। ਗੁਰਾਂ ਗੁਰੂ ਕੀ ਵਡਾਲੀ ਪਾਗਲਾਏ, ਮਾਤਾ ਗੰਗਾ ਦੇਵੇ ਲੋਰੀਆਂ, ਮਾਤਾ ਗੰਗਾ ਦੇਵੇ ਲੋਰੀਆਂ ਜੀ। ਗੁਰਾਂ ਗੁਰੂ ਕੇ ਵਡਾਲੀ ਪਾਗਲਾਏ, ਮਾਤਾ ਗੰਗਾ ਦੇਵੇ ਲੋਰੀਆਂ, ਮਾਤਾ ਗੰਗਾ ਦੇਵੇ ਲੋਰੀਆਂ। ਓਏ ਸਭ ਤੋਂ ਪਿਆਰੀ ਕਹਿੰਦੇ ਹੁੰਦੀ ਦਾਤ ਪੁੱਤਰਾਂ ਦੀ, ਓ ਸਭ ਤੋਂ ਪਿਆਰੀ ਕਹਿੰਦੇ ਹੁੰਦੀ ਦਾਤ ਪੁੱਤਰਾਂ ਦੀ। ਭਾਗਾਂ ਨਾਲ ਮਿਲਦੀ ਏ ਇਸ ਗਾਤ ਪੁੱਤਰਾਂ ਦੀ, ਓ ਭਾਗਾਂ ਨਾਲ ਮਿਲਦੀ ਏ ਇਸ ਗਾਤ ਪੁੱਤਰਾਂ ਦੀ। ਓਏ ਮਾਤਾ ਖੁਸ਼ੀਆਂ ਚ ਫੁੱਲੇ ਨਾ ਸਮਾਏ, ਮਾਤਾ ਗੰਗਾ ਦੇਵੇ ਲੋਰੀਆਂ, ਮਾਤਾ ਗੰਗਾ ਦੇਵੇ ਲੋਰੀਆਂ। ਗੁਰਾਂ ਗੁਰੂ ਕੇ, ਗੁਰਾਂ ਗੁਰੂ ਕੇ ਵਡਾਲੇ ਪਾਗਲਾਏ, ਮਾਤਾ ਗੰਗਾ ਦੇਵੇ ਲੋਰੀਆਂ, ਮਾਤਾ ਗੰਗਾ ਦੇਵੇ ਲੋਰੀਆਂ। ਓਏ ਪੁੱਤ ਨੂੰ ਪੰਗੂੜੇ ਵਿੱਚ ਖੇਡਦਾ ਮਾਂ ਤੱਕਦੀ, ਓ ਪੁੱਤ ਨੂੰ ਪੰਗੂੜੇ ਵਿੱਚ ਖੇਡਦਾ ਮਾਂ ਤੱਕਦੀ। ਹਰ ਵੇਲੇ ਨਿਗਾਹ ਸੋਹਣੇ ਬਾਲ ਵਿੱਚ ਰੱਖਦੀ, ਓ ਹਰ ਵੇਲੇ ਨਿਗਾਹ ਸੋਹਣੇ ਬਾਲ ਵਿੱਚ ਰੱਖਦੀ। ਗੁਰਾਂ ਸਭਨਾਂ ਦੇ ਮਾਣ ਵਧਾਏ, ਮਾਤਾ ਗੰਗਾ ਦੇਵੇ ਲੋਰੀਆਂ, ਮਾਤਾ ਗੰਗਾ ਦੇਵੇ ਲੋਰੀਆਂ। ਗੁਰਾਂ ਗੁਰੂ ਕੇ ਵਡਾਲੇ ਪਾਗਲਾਏ, ਮਾਤਾ ਗੰਗਾ ਦੇਵੇ ਲੋਰੀਆਂ, ਮਾਤਾ ਗੰਗਾ ਦੇਵੇ ਲੋਰੀਆਂ। ਜੀ ਗੁਰਾਂ ਦਾ ਬਚਨ ਮਾਤਾ ਮਨ ਚ ਵਸਾਲਿਆ, ਓ ਗੁਰਾਂ ਦਾ ਬਚਨ ਮਾਤਾ ਮਨ ਚ ਵਸਾਲਿਆ। ਬਾਬਾ ਬੁੱਢਾ ਜੀ ਤੋਂ ਵਾਰ ਪੁੱਤਰ ਦਾ ਪਾਲਿਆ, ਓ ਬਾਬਾ ਬੁੱਢਾ ਜੀ ਤੋਂ ਵਾਰ ਪੁੱਤਰ ਦਾ ਪਾਲਿਆ। ਸੱਚਾ ਗੁਰੂ ਵੇਲਾ ਸਭ ਦੀ ਵਧਾਏ, ਮਾਤਾ ਗੰਗਾ ਦੇਵੇ ਲੋਰੀਆਂ, ਮਾਤਾ ਗੰਗਾ ਦੇਵੇ ਲੋਰੀਆਂ। ਗੁਰਾਂ ਗੁਰੂ ਕੇ ਵਡਾਲੇ ਪਾਗਲਾਏ,
ਮਾਤਾ ਗੰਗਾ ਦੇਵੇ ਲੋਰੀਆਂ, ਮਾਤਾ ਗੰਗਾ ਦੇਵੇ ਲੋਰੀਆਂ। ਓਏ ਪੰਜਵੇਂ ਗੁਰਾਂ ਨੂੰ ਅੱਜ ਆ ਕੇ ਸੇਵਾਦਾਰਾਂ ਨੇ ਦਿੱਤੀਆਂ ਵਧਾਈਆਂ ਨਾਲ ਸਾਰੇ ਪਰਿਵਾਰਾਂ ਨੇ। ਪੰਜਵੇਂ ਗੁਰਾਂ ਨੂੰ ਅੱਜ ਆ ਕੇ ਸੇਵਾਦਾਰਾਂ ਨੇ ਦਿੱਤੀਆਂ ਵਧਾਈਆਂ ਨਾਲ ਸਾਰੇ ਪਰਿਵਾਰਾਂ ਨੇ। ਉਹ ਦਿੱਤੀਆਂ ਵਧਾਈਆਂ ਰਲ ਸਾਰੇ ਪਰਿਵਾਰਾਂ ਨੇ। ਸੱਚੇ ਬੇਦੀ ਗੁਣ ਗੋਬਿੰਦ ਦੇ ਗਾਏ, ਮਾਤਾ ਗੰਗਾ ਦੇਵੇ ਲੋਰੀਆਂ, ਮਾਤਾ ਗੰਗਾ ਦੇਵੇ ਲੋਰੀਆਂ। ਜੀ ਗੁਰਾ ਗੁਰੂ ਕੇ, ਗੁਰਾ ਗੁਰੂ ਕੇ ਵਡਾਲੇ ਪਾਗਲਾਏ, ਮਾਤਾ ਗੰਗਾ ਦੇਵੇ ਲੋਰੀਆਂ, ਮਾਤਾ ਗੰਗਾ ਦੇਵੇ ਲੋਰੀਆਂ। ਮਨੁੱਖ ਦੋ ਤਿੰਨਾਂ ਚੀਜ਼ਾਂ ਦੇ ਇਰਦ ਗਿਰਦ ਘੁੰਮਦਾ ਰਹਿੰਦਾ। ਇੱਕ ਤੇ ਆਂਦਾ ਮੇਰੇ ਪਰਿਵਾਰ ਦਾ ਗੁਜ਼ਾਰਾ ਚੰਗਾ ਹੋਵੇ, ਦੂਸਰਾ ਵੀ ਘਰ ਵਿੱਚ ਸੁੱਖ ਸ਼ਾਂਤੀ ਬਣੀ ਰਵੇ, ਤੀਸਰਾ ਸਾਡੇ ਸਮਾਜ ਵਿੱਚ ਨਰੀਨਾ ਔਲਾਦ ਦੀ ਹੈ। ਕਿਸੇ ਦੇ ਘਰ ਬੱਚਾ ਹੈ ਕਿ ਨਹੀਂ? ਜੇ ਉਹਦੇ ਘਰ ਬੱਚਾ ਨਹੀਂ, ਕਰੋੜਾਂ ਅਰਬਾਂ ਪਤੀ ਹੁੰਦਾ ਵੀ ਮਨੁੱਖ, ਉਹਨੂੰ ਦੁਨੀਆ ਦੀ ਕੋਈ ਵੀ ਚੀਜ਼ ਦਿਲਚਸਪ ਨਹੀਂ ਕਰ ਸਕਦੀ ਜਿਹਦੇ ਨਾਲ ਉਹ ਸਮਾਜ ਵਿੱਚ ਜੀ ਲਾ ਕੇ ਜੀ ਸਕੇ। ਪੁੱਤਰ ਇੱਕ ਅਹਿਮ ਸ਼ਕਤੀ ਹੈ। ਸੱਚ ਹੈ। ਸਤਿਗੁਰ ਸੱਚੇ ਪਾਤਸ਼ਾਹ ਦਾਤਾ ਹਰ ਇੱਕ ਦੀ ਝੋਲੀ 'ਚ ਪਾਵੇ। ਜਦੋਂ ਬਾਲਕ ਦਾ ਜਨਮ ਹੋਇਆ, ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੇ ਗਰੀਬਾਂ ਦੀਆਂ ਝੋਲੀਆਂ ਭਰ ਭਰ ਕੇ ਤੋਰਿਆ ਔਰ ਆਪਣੇ ਪੁੱਤਰ ਦੇ ਜਨਮ ਦੀ ਖੁਸ਼ੀ ਅੰਦਰ ਇੱਕ ਖੂਹ ਲਵਾਇਆ ਜਿਹਨੂੰ 6 ਮਹਲਾਂ ਚੱਲਦੀਆਂ। ਉਸ ਗੁਰਦੁਆਰੇ ਦਾ ਨਾਮ ਸ਼ਰਿਆਟਾ ਸਾਹਿਬ ਹੈ। ਮੈਂ ਕਈ ਵਾਰਾਂ ਦਰਸ਼ਨ ਕਰਕੇ ਆਇਆ ਔਰ ਉੱਥੇ ਪੂਰਨਮਾਸੀ ਦਾ ਬਹੁਤ ਭਾਰੀ ਜੋੜ ਮੇਲਾ ਭਰਦਾ। ਨਿਆਸਿਆਂ ਦੇ ਉੱਥੇ ਆਸਾਂ ਪੂਰੀਆਂ ਹੁੰਦੀਆਂ। ਧੰਨ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਦਾ ਆਗਮਨ ਹੋਇਆ। ਇਹਨਾਂ ਦੀ ਤਾਈ ਜਿਹੜੀ ਕਰਮੋ ਸੀ, ਜਦੋਂ ਉਹਨੂੰ ਪਤਾ ਲੱਗਾ, ਉਹਦੀ ਹਿੱਕ ਉੱਤੇ ਸੱਪ ਲੇਟਿਆ। ਉਹਨੇ ਆਪਣੇ ਘਰ ਵਾਲੇ ਪਿਰਥੀ ਚੰਦ ਨੂੰ ਆਖਿਆ, ਤੇਰਾ ਬਚਨ ਝੂਠਾ ਤੇ ਬਾਬਾ ਬੁੱਢਾ ਸਾਹਿਬ ਦੇ ਵਰ ਪੂਰੇ ਹੋ ਗਏ। ਸ਼ਰੀਫਾਂ ਸ਼ਰੀਕਾਂ ਦੇ ਘਰ ਪੁੱਤ ਜੰਮ ਪਿਆ। ਉਹਨੇ ਆਖਿਆ, ਜਿੰਨਾ ਚਿਰ ਤੂੰ ਬਾਲਕ ਨੂੰ ਮਰਵਾਦ ਨਾ ਦਿੰਦਾ, ਉਹਨਾਂ ਚਿਰ ਮੈਂ ਸੁੱਖ ਦਾ ਸਾਹ ਨਹੀਂ ਲੈਣਾ। ਸਕੀ ਤਾਈ ਤੇ ਸੋਚਾਂ ਮਨ ਵਿੱਚ ਕੀ ਲੈ ਕੇ ਬੈਠੀ ਆ। ਪਿਰਥੀ ਚੰਦ ਨੇ ਆਖਿਆ, ਫਿਕਰ ਨਾ ਕਰ ਕਰਮੋ, ਬਾਲਕ ਨੇ ਜਨਮ ਹੀ ਲਿਆ ਨਾ, ਜਦੋਂ ਪੜੂਗਾ ਪਤਾ ਤਾਂ ਲੱਗੂਗਾ। ਮੇਰੇ ਹੱਥ ਬੜੇ ਲੰਮੇ ਆ, ਜਦੋਂ ਮੇਰੇ ਕਾਬੂ ਆ ਗਿਆ ਫਿਰ ਦਵਾਈਆਂ ਨੇ ਕੰਮ ਨਹੀਂ ਕਰਨਾ। ਤੂੰ ਫਿਕਰ ਨਾ ਕਰ, ਮੈਂ ਇਹ ਕੰਮ ਸਿਰੇ ਨਹੀਂ ਚੜਨ ਦਾ। ਜਿਹੜਾ ਗੱਦੀ ਦਾ 6ਵਾਂ ਗੁਰੂ ਬਹਿਣਾ ਨਾ, ਉਹ ਆਪਣਾ ਪੁੱਤਰ ਮਿਹਰਬਾਨ ਹੀ ਬਵੇਗਾ। ਪਿਰਥੀ ਚੰਦ ਨੇ ਫਿਰ ਕੁਝੀਆਂ ਚਾਲਾਂ ਸ਼ੁਰੂ ਹੀ ਕੀਤੀਆਂ ਕਰਨੀਆਂ। ਇਤਿਹਾਸ ਵਿੱਚ ਜ਼ਿਕਰ ਆਉਂਦਾ ਹੈ, ਇੱਕ ਦਾਈ ਨੂੰ ਲਾਲਚ ਦਿੱਤਾ, ਉਹਨੂੰ 500 ਰੁਪਈਆ ਦਿੱਤਾ, ਤੂੰ ਬਾਲਕ ਨੂੰ ਖਿਡਾਉਣ ਜਾਨੀ ਆ, ਕੋਈ ਨਾ ਕੋਈ ਢੰਗ ਬਣਾ ਕੇ ਉਸ ਬਾਲਕ ਨੂੰ ਜਾਨੋਂ ਮਾਰ ਦੇ, ਬਾਕੀ ਦਾ ਕੰਮ ਮੈਂ ਆਪੇ ਸੰਭਾਲ ਲੂੰਗਾ। ਇਤਿਹਾਸ ਵਿੱਚ ਜ਼ਿਕਰ ਆਉਂਦਾ, ਉਸ ਦਾਈ ਨੇ ਆਪਣੀ ਛਾਤੀ ਨੂੰ ਜ਼ਹਿਰ ਲਾਇਆ। ਅਪਰਾਧੀ ਦੂਣਾ ਨਵੇਂ ਨਿਉ ਨਿਉ ਕੇ ਡਡੌਤਾ ਕਰਦੀ ਮਾਤਾ ਗੰਗਾ ਜੀ ਨੂੰ। ਆਂਦੇ ਕੁੱਛੜ ਚੁੱਕ ਲਿਆ ਬਾਲਕ ਨੂੰ, ਬਾਹਰ ਲੈ ਗਈ, ਕਦੀ ਸੱਜਾ ਵੇਂਦੀ, ਕਦੀ ਖੱਬਾ ਵੇਂਦੀ, ਕਦੀ ਧਰਤੀ ਤੇ ਲੇਟ ਜਾਂਦੀ ਆ। ਜਦੋਂ ਅੱਖ ਬਚਾ ਕੇ ਬਾਲਕ ਗੁਰੂ ਹਰਗੋਬਿੰਦ ਪਾਤਸ਼ਾਹ ਦੇ ਆਪਣਾ ਸ਼ੀਰ ਪਾਉਣ ਲੱਗੀ ਆ ਮੁੱਖ ਵਿੱਚ, ਇਤਿਹਾਸ ਵਿੱਚ ਜ਼ਿਕਰ ਆਉਂਦਾ ਵੀ 6ਵੇਂ ਪਾਤਸ਼ਾਹ ਮਹਾਰਾਜ ਜੀ ਨੇ
ਉਸ ਦਾਈ ਦੇ ਪ੍ਰਾਣ ਹੀ ਖਿੱਚ ਲਿਆ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਸ੍ਰੀ ਵਾਹਿਗੁਰੂ। ਇਹ ਚਾਲ ਫੇਲ ਹੋ ਗਈ। ਇੱਕ ਬ੍ਰਾਹਮਣ ਸੀ ਜਿਹੜਾ ਗੁਰੂ ਮਹਾਰਾਜ ਨੇ ਰੋਜ਼ ਦਹੀਂ ਛਕਾਇਆ ਕਰਦਾ ਸੀ। ਪਿੱਛੇ ਬੱਚੇ ਨੂੰ ਖਿਡਾਉਣ ਵਾਸਤੇ ਖੜਾਵੇ ਰੱਖੇ ਜਾਂਦੇ ਸੀ। ਇਹ ਬ੍ਰਾਹਮਣ ਰੋਜ਼ ਛੇਵੇਂ ਪਾਤਸ਼ਾਹ ਨੂੰ ਦਹੀਂ ਛਕਾਇਆ ਕਰਦਾ ਸੀ। ਇੱਕ ਦਿਨ ਪਿਰਥੀ ਨੇ ਘਰ ਵਿੱਚ ਬੁਲਾਇਆ। ਆਂਦਾ ਉਹ ਤੈਨੂੰ ਗੁਰੂ ਘਰੋਂ ਕੀ ਮਿਲਦਾ? ਉਹਨੇ ਆਖਿਆ ਜੀ ਸ਼ਕਲ ਛਕਾਉਣ ਜੋਗੀ ਮਾਇਆ ਮਿਲ ਜਾਂਦੀ ਆ, ਗੁਜ਼ਾਰਾ ਬਜ਼ਾਰਾ ਚਲੀ ਜਾਂਦਾ। ਉਹਨੇ ਆਖਿਆ ਉਹ ਕਮਲਿਆ ਕਿੰਨਾ ਚਿਰ ਨੌਕਰੀ ਕਰਦਾ ਰਹੇਗਾ? ਆਹੋ ਕਿਤੇ ਵੱਡਿਆਂ ਨਾਲ ਜਰਾਨੇ ਪਾ ਕੇ ਵੇਖ, ਤੇਰੇ ਕੁਲਾਂ ਵਾਲੇ ਧੋਣੇ ਧੋ ਕੇ ਰੱਖ ਦੂੰਗਾ। ਉਹਨੇ ਆਖਿਆ ਗੱਲ ਕੀ ਆ? ਉਹਨੇ ਆਖਿਆ ਗੱਲ ਬਾਅਦ ਦੱਸੂਗਾ, ਪਹਿਲਾਂ ਮੇਰੇ ਨਾਲ ਪਰਨ ਕਰ ਵੀ ਇਹ ਗੱਲ ਬਾਹਰ ਨਾ ਜ਼ਾਹਰ ਹੋਵੇ, ਕਿਉਂਕਿ ਵੱਡਾ ਪਾਪ ਕਰਾਉਣਾ ਸੀ। ਉਹਨੇ ਆਖਿਆ ਤੂੰ ਬਾਲਕ ਨੂੰ ਰੋਜ਼ ਦਹੀਂ ਛਕਾਉਣਾ, ਆ ਲੈ ਜ਼ਹਿਰ ਦੀ ਪੁੜੀ, ਜਦੋਂ ਦਹੀਂ ਛਕਾਏਗਾ ਉਸ ਦਹੀਂ ਦੇ ਵਿੱਚ ਘੋਲ ਕੇ ਉਸ ਬਾਲਕ ਹਰਗੋਬਿੰਦ ਨੂੰ ਛਕਾ ਦੇ। ਮੇਰੀ ਦਿੱਲੀ ਦਰਬਾਰ ਤੱਕ ਪਹੁੰਚਾ, ਤੇਰੀ ਕੋਈ ਵਾਹ ਵੱਲੇ ਨਹੀਂ ਵੇਖ ਸਕਦਾ। ਜਿਸ ਤਰ੍ਹਾਂ ਪਿਰਥੀ ਚੰਦ ਉਸ ਬ੍ਰਾਹਮਣ ਨੂੰ ਲਾਲਚ ਵਿੱਚ ਲਿਆ ਕੇ ਬਾਲਕ ਹਰਗੋਬਿੰਦ ਨੂੰ ਦਹੀਂ ਖਵਾਉਣ ਵਾਸਤੇ ਜੋ ਉਹਨੂੰ ਸਿੱਖਿਆ ਦੇ ਰਿਹਾ ਹੈ, ਉਹਨਾਂ ਲੈਣਾ ਨੂੰ ਤੁਹਾਡੇ ਸਾਹਮਣੇ ਕੋਰੜੇ ਛੰਦ ਵਿੱਚ ਜੋੜੀ ਇੰਜ ਬਿਆਨ ਕਰ ਰਹੀ ਭਾਈ। ਭੇਜ ਕੇ ਬੁਲਾਵਾ ਪਾਂਦਾ ਕੋਲ ਸੱਦਿਆ, ਮਿੰਨਤਾਂ ਕਰੇ ਤੇ ਦੋਵੇਂ ਹੱਥ ਬੱਧਿਆ, ਮਿੰਨਤਾਂ ਕਰੇ ਤੇ ਦੋਵੇਂ ਹੱਥ ਬੱਧਿਆ। ਓ ਬਚਨ ਤੁਸਾਂ ਦੇ ਮਨ ਮੋਣੇ ਪੰਡਤਾਂ, ਹੱਸਦੇ ਘਰਾਂ 'ਚ ਪਾਉਂਦੇ ਰੋਣੇ ਪੰਡਤਾਂ, ਹੱਸਦੇ ਘਰਾਂ 'ਚ ਪਾਉਂਦੇ ਰੋਣੇ ਪੰਡਤਾਂ। ਓ ਭੇਜ ਕੇ ਬੁਲਾਵਾ ਪਾਂਦਾ ਕੋਲ ਸੱਦਿਆ, ਮਿੰਨਤਾਂ ਕਰੇ ਤੇ ਦੋਵੇਂ ਹੱਥ ਬੱਧਿਆ, ਮਿੰਨਤਾਂ ਕਰੇ ਤੇ ਦੋਵੇਂ ਹੱਥ ਬੱਧਿਆ। ਓ ਬਚਨ ਤੁਸਾਂ ਦੇ ਮਨ ਮੋਣੇ ਪੰਡਤਾਂ, ਹੱਸਦੇ ਘਰਾਂ 'ਚ ਪਾਉਂਦੇ ਰੋਣੇ ਪੰਡਤਾਂ, ਹੱਸਦੇ ਘਰਾਂ 'ਚ ਪਾਉਂਦੇ ਰੋਣੇ ਪੰਡਤਾਂ। ਸੁੱਖ ਸਾਧ ਦੱਸੋ ਸਾਰੇ ਪਰਿਵਾਰ ਦੀ, ਗੱਡੀ ਕਿਵੇਂ ਚੱਲਦੀ ਏ ਕਾਰੋਬਾਰ ਦੀ, ਗੱਡੀ ਕਿਵੇਂ ਚੱਲਦੀ ਏ ਕਾਰੋਬਾਰ ਦੀ। ਓ ਭਾਗਾਂ ਨਾਲ ਦਰਸ਼ਨ ਸੀ ਹੋਣੇ ਪੰਡਤਾਂ, ਹੱਸਦੇ ਘਰਾਂ 'ਚ ਪਾਉਂਦੇ ਰੋਣੇ ਪੰਡਤਾਂ, ਹੱਸਦੇ ਘਰਾਂ 'ਚ ਪਾਉਂਦੇ ਰੋਣੇ ਪੰਡਤਾਂ। ਤੁਸੀਂ ਜਾਣੋ ਸਾਡੇ, ਤੁਸੀਂ ਜਾਣੋ ਸਾਡੇ ਵੱਡਿਆਂ ਵਡੇਰਿਆਂ ਨੂੰ, ਕਰਦੇ ਖਲਾਸੀ ਬਿਪਤਾ ਚ ਘੇਰਿਆਂ ਨੂੰ, ਕਰਦੇ ਖਲਾਸੀ ਬਿਪਤਾ ਚ ਘੇਰਿਆਂ ਨੂੰ। ਓ ਦੁਨੀਆ ਸਲਾਉਂਦੀ ਤੁਹਾਡੇ ਟੋਣੇ ਪੰਡਤਾਂ, ਹੱਸਦੇ ਘਰਾਂ 'ਚ ਪਾਉਂਦੇ ਰੋਣੇ ਪੰਡਤਾਂ, ਹੱਸਦੇ ਘਰਾਂ 'ਚ ਪਾਉਂਦੇ ਰੋਣੇ ਪੰਡਤਾਂ। ਸਾਡੇ ਉੱਤੇ ਪੈ ਗਈ ਬਿਪਤਾ ਜੋ ਭਾਰੀ ਹੈ, ਉਸ ਦੀ ਤੁਹਾਡੇ ਹੱਥ ਵਿੱਚ ਕਾਰੀ ਹੈ, ਉਸ ਦੀ ਤੁਹਾਡੇ ਹੱਥ ਵਿੱਚ ਕਾਰੀ ਹੈ। ਓ ਤੁਮ ਹੈ ਤੁਸਾਂ ਦੀ ਕੋਣੇ ਕੋਣੇ ਪੰਡਤਾਂ, ਹੱਸਦੇ ਘਰਾਂ 'ਚ ਪਾਉਂਦੇ ਰੋਣੇ ਪੰਡਤਾਂ, ਹੱਸਦੇ ਘਰਾਂ 'ਚ ਪਾਉਂਦੇ ਰੋਣੇ ਪੰਡਤਾਂ। ਮਾਤ ਜਗੀਰਾ ਲੈ ਲਿਆ ਨਾ ਮੁਲਿਆ, ਮਾਇਆ ਤੇ ਜਗੀਰਾ, ਮਾਇਆ ਤੇ ਜਗੀਰਾ ਲੈ ਲਿਆ ਨਾ ਮੁਲਿਆ, ਮੋਰਾਂ ਦੀਆਂ ਪੇਟੀਆਂ ਤੇਰੇ ਲਈ ਖੁੱਲੀਆਂ, ਮੋਰਾਂ ਦੀਆਂ ਪੇਟੀਆਂ ਤੇਰੇ ਲਈ ਖੁੱਲੀਆਂ। ਓ ਪੰਡਾਂ ਨਾਲ ਟੋਣੀ ਪਾਵੇਂ ਟੋਣੇ ਪੰਡਤਾਂ, ਹੱਸਦੇ ਘਰਾਂ 'ਚ ਪਾਉਂਦੇ ਰੋਣੇ ਪੰਡਤਾਂ, ਹੱਸਦੇ ਘਰਾਂ 'ਚ ਪਾਉਂਦੇ ਰੋਣੇ ਪੰਡਤਾਂ। ਗੁਰੂ ਗੱਦੀ ਮਿਲੋ, ਗੁਰੂ ਗੱਦੀ ਮਿਲੋ ਜਦੋਂ ਮਿਹਰਬਾਨ ਨੂੰ, ਉਦੋਂ ਤੇਰੀ ਪੰਡਤਾਂ ਵਧਾ ਦੂੰ ਸ਼ਾਨ ਨੂੰ, ਉਦੋਂ ਤੇਰੀ ਪੰਡਤਾਂ ਵਧਾ ਦੂੰ ਸ਼ਾਨ ਨੂੰ। ਓ ਚੰਦਨ ਨੇ ਤੇਰੇ ਹੱਥ ਜੋਣੇ ਪੰਡਤਾਂ,
ਹੱਸਦੇ ਘਰਾਂ ਚ ਪਾਦੇ ਰੋਣੇ ਪੰਡਤਾ ਹੱਸਦੇ ਘਰਾਂ ਚ ਪਾਦੇ ਰੋਣੇ ਪੰਡਤਾ ਮੋਹਰਾਂ ਤੇ ਜਗੀਰਾਂ ਲੈ ਲਈ ਅਣਮੁੱਲੀਆਂ, ਮਾਇਆ ਦੀਆਂ ਥੈਲੀਆਂ ਤੇਰੇ ਲਈ ਖੁੱਲੀਆਂ। ਓਏ ਪੰਡਾਂ ਨਾਲ ਪੰਡਾਂ ਨਾਲ ਢੋਲੀ ਭਾਵੇਂ ਢੋਣੇ ਪੰਡਤਾ, ਹੱਸਦੇ ਘਰਾਂ 'ਚ ਪਾਦੇ ਰੋਣੇ ਪੰਡਤਾ। ਰੋਣੇ ਪੰਡਤਾ ਗੱਦੀ ਗੁਰੂ ਗੱਦੀ ਮਿਲੂ ਜਦੋਂ ਮਿਹਰਬਾਨ ਨੂੰ, ਮਿਹਰਬਾਨ ਨੂੰ ਤੇ ਉਦੋਂ ਤੇਰੀ ਪੰਡਤਾ ਵਧਾ ਦੂ ਸ਼ਾਨ ਨੂੰ। ਵਧਾ ਦੋ ਸ਼ਾਨ ਨੂੰ। ਤੇਰੇ ਕੀ ਮਰਬੇ ਉਹਨੇ ਖੋਣੇ ਪੰਡਤਾ, ਆਹਾ ਹੱਸਦੇ ਘਰਾਂ 'ਚ ਪਾਦੇ ਰੋਣੇ ਪੰਡਤਾ। ਰੋਣੇ ਪੰਡਤਾ ਲਾਲਚ ਦੇ ਰਿਹਾ ਪਿਰਥੀ ਚੰਦ ਉਸ ਬ੍ਰਾਹਮਣ ਨੂੰ, ਲਾਲਚ ਬੁਰੀ ਬਲਾ ਹੈ ਇਸੇ ਇਸਸੇ ਖੁਦਾ ਬਚਾਏ। ਖੁਦਾ ਬਚਾਏ। ਮਨ ਲੋਭੀ ਮਨ ਲਾਲਚੀ ਮਨ ਲਾਲਚੀ, ਆਹਾ ਮਨ ਚੰਚਲ ਮਨ ਚੋਰ, ਮਨ ਚੋਰ ਮਨ ਦੇ ਮਗਰ ਨਾ ਲੱਗੀਏ, ਪਲਕ 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 ਮਨ ਹੋਰ। ਮਨ ਹੋ ਇਹ ਮਨ ਦੀ ਅਵਸਥਾ ਹੈ, ਮਿੰਟ ਵਿੱਚ ਪੁੰਨੀ ਆਹੋ ਤੇ ਮਿੰਟ ਵਿੱਚ ਪਾਪੀ ਬਣ ਜਾਂਦਾ। ਸੱਚ ਹੈ ਗੱਲ ਚੇਤੇ ਆ ਗਈ। ਆਂਦੇ ਕੋਈ ਬ੍ਰਾਹਮਣ ਕਾਸ਼ੀ ਪੜਨ ਗਿਆ ਤੇ 3 ਸਾਲ ਵਿਦਿਆ ਪੜ ਕੇ ਆਇਆ ਪਿੰਡ। ਜਦੋਂ ਪਿੰਡ ਪਹੁੰਚਿਆ ਨਾ, ਕਿਸੇ ਜੱਟ ਨੇ ਖੇਤਾਂ ਨੂੰ ਪਾਣੀ ਲਾਇਆ ਸੀ। ਉਹਨੇ ਆਖਿਆ, ਪੰਡਤ ਜੀ ਕਿੱਥੇ ਰਹਿੰਦੇ ਜੇ, ਤੁਹਾਡੇ ਕਦੀ ਦਰਸ਼ਨ ਹੀ ਨਹੀਂ ਹੋਏ। ਉਹਨੇ ਆਖਿਆ, ਕਾਸ਼ੀ ਤੋਂ ਵਿਦਿਆ ਪੜ ਕੇ ਆਇਆ, ਤੇਰੇ ਨੂੰ ਐਵੇਂ ਮੂਰਖ ਨਹੀਂ ਵਟਿਆਂ ਤੇ ਤੁਰਿਆ ਫਿਰਦਾ। ਉਹਨੇ ਆਖਿਆ, ਕਿੰਨੀ ਕੁ ਵਿਦਿਆ ਪੜ ਕੇ ਆਇਆ? ਆਂਦਾ, ਤੂੰ ਕੋਈ ਸਵਾਲ ਪਾ, ਮੈਂ ਤੇਰਾ ਤੁਰਤ ਜਵਾਬ ਦਊਂਗਾ ਉਸੇ ਵੇਲੇ। ਮੇਰੀ ਵਿਦਿਆ ਦਾ ਤੈਨੂੰ ਆਪੇ ਪਤਾ ਲੱਗ ਜਾਊਗਾ ਮੇਰੇ ਬੋਲਾਂ ਚੋਂ। ਉਹਨੇ ਫਿਰ ਜੱਟ ਫਾਰਸਾ ਮਾਰਿਆ। ਉਹਨੇ ਆਖਿਆ, ਪੰਡਤ ਜੀ ਮੈਨੂੰ ਇਹ ਦੱਸੋ ਵੀ ਪਾਪ ਦਾ ਪਿਓ ਕੌਣ ਹੁੰਦਾ? ਉਹ ਪੰਡਤ ਸ਼ਸ਼ੋ ਪਤੇ 'ਚ ਪੈ ਗਿਆ, ਯਾਰ ਇਹੋ ਜਿਹਾ ਸਵਾਲ ਤੇ ਨਾ ਗੁਰੂ ਨੂੰ ਪੁੱਛਿਆ ਸੀ, ਨਾ ਉਹਨੇ ਮੈਨੂੰ ਦੱਸਿਆ ਸੀ ਵੀ ਪਾਪ ਦਾ ਪਿਓ ਕੌਣ ਹੁੰਦਾ। ਫਿਰ ਕਾਸ਼ੀ ਵਾਪਸ ਚਲੇ ਗਿਆ। ਆਪਣੇ ਉਸਤਾਦ ਨੂੰ ਕਹਿਣ ਲੱਗਾ, ਮਹਾਂਪੁਰਸ਼ੋ ਤੁਹਾਡੀ ਇੰਨੀ ਸੇਵਾ ਕੀਤੀ, ਇੰਨੀਆਂ ਤੁਹਾਡੀਆਂ ਝਿੜਕਾਂ ਲਈਆਂ, 3 ਸਾਲ ਤੁਹਾਡੇ ਕੋਲ ਮੈਂ ਲਾਏ ਤੇ ਗਿਆਨ ਤੋਂ ਫਿਰ ਮੈਂ ਅਧੂਰਾ ਰਹਿ ਗਿਆ। ਉਹਨੇ ਆਖਿਆ, ਕਿਉਂ? ਉਹਨੇ ਆਖਿਆ, ਮੈਨੂੰ ਤੇ ਸਿੱਧੇ ਜੇ ਜੱਟ ਨੇ ਨਹੀਂ ਪਿੰਡ 'ਚ ਵੜਨ ਦਿੱਤਾ। ਆਂਦਾ, ਕਿਉਂ? ਨੇ ਆਂਦਾ, ਸਵਾਲ ਹੀ ਇਹੋ ਜਿਹਾ ਪਾਇਆ, ਮੈਨੂੰ ਉਹਨੇ ਨਰੁੱਤਰ ਕਰਤਾ। ਉਹਨੇ ਆਖਿਆ, ਕੀ ਸਵਾਲ ਪਾਇਆ? ਉਹਨੇ ਆਖਿਆ, ਸਵਾਲ ਪਾਇਆ ਵੀ ਪਾਪ ਦਾ ਪਿਓ ਕੌਣ ਹੁੰਦਾ, ਤੇ ਮੈਨੂੰ ਅੱਗੇ ਜਵਾਬ ਨਹੀਂ ਆਇਆ। ਉਹਨੇ ਆਖਿਆ, ਬੇਟਾ ਸਾਰੀਆਂ ਗੱਲਾਂ ਉਸਤਾਦ ਨਹੀਂ ਦੱਸਦਾ ਹੁੰਦਾ, ਕੋਈ ਇੱਕ ਅੱਧੀ ਆਪਣੇ ਕੋਲ ਵੀ ਰੱਖ ਲੈਂਦਾ ਵੀ ਚੇਲੇ ਨੂੰ ਕਿਤੇ ਕੋਈ ਮਾਣ ਨਾ ਆ ਜੇ। ਆਂਦਾ, ਤੇਰੇ ਸਵਾਲ ਦਾ ਜਵਾਬ ਫਲਾਣੇ ਫਲਾਣੇ ਚਬਾਰੇ 'ਚ ਵੇਸਵਾ ਰਹਿੰਦੀ ਆ, ਉਹਦੇ ਕੋਲ ਮਿਲੇਗਾ। ਆਪਣੇ ਉਸਤਾਦ ਦੇ ਦੱਸੇ ਟਿਕਾਣੇ ਤੇ ਚਲੇ ਗਿਆ। ਜਦੋਂ ਪੌੜੀਆਂ ਤਾਂ ਚੜਨ ਲੱਗਾ, ਉਸ ਵੇਸਵਾ ਨੇ ਉਹਦਾ ਲਿਬਾਸ ਵੇਖਿਆ। ਉਹਨੇ ਆਖਿਆ, ਪੰਡਤ ਜੀ ਜਿਹੜੀ ਮੰਜ਼ਿਲ ਨੂੰ ਤੁਸੀਂ ਵੱਧ ਰਹੇ ਜੇ, ਇਹ ਮਾਰਗ ਤੁਹਾਡਾ ਨਹੀਂ, ਇਹ ਮੰਜ਼ਿਲ ਤੁਹਾਡੀ ਨਹੀਂ। ਉਹਨੇ ਆਖਿਆ, ਬੇਟੀ ਮੈਂ ਕਿਸੇ ਮੰਦੀ ਵਾਸ਼ਨਾ ਨਾਲ ਨਹੀਂ ਆ ਰਿਹਾ, ਮੈਂ ਤੇ ਤੇਰੇ ਕੋਲ ਆਪਣੇ ਸਵਾਲ ਦਾ ਜਵਾਬ ਲੈਣ ਵਾਸਤੇ ਆ ਰਿਹਾ। ਉਹਨੇ ਆਖਿਆ, ਫਿਰ ਚੜ੍ਹਾਓ ਪੌੜੀਆਂ। ਪੰਡਤ ਜੀ ਤੋਂ ਪੌੜੀਆਂ ਚੜ੍ਹੇ। ਉਹਨੇ ਆਖਿਆ, ਪੰਡਤ ਜੀ ਤੁਹਾਡਾ ਕੀ ਸਵਾਲ ਆ? ਉਹਨੇ ਆਖਿਆ, ਪੁੱਤਰੀ ਮੈਂ ਤੁਹਾਨੂੰ ਪੁੱਛਣਾ ਚਾਹੁੰਦਾ ਵੀ ਪਾਪ ਦਾ ਪਿਓ ਕੌਣ ਹੁੰਦਾ? ਉਹਨੇ ਆਖਿਆ, ਪੰਡਤ ਜੀ ਤੁਹਾਡੇ ਸਵਾਲ ਦਾ ਜਵਾਬ ਤੇ ਤੁਹਾਨੂੰ ਖਰਾ ਮਿਲ ਜਾਏਗਾ, ਪਰ ਇਹਦੇ ਵਾਸਤੇ ਤੁਹਾਨੂੰ ਕੋਈ ਮੇਰੀ ਵੀ ਗੱਲ ਮੰਨਣੀ ਪੈਣੀ ਆ। ਉਹਨੇ ਆਖਿਆ, ਜੋ ਕਹੇਗੀ ਉਹ ਮੰਨੂਗਾ, ਜੋ ਕਹੇਗੀ ਉਹ ਹੀ ਕਰੂੰਗਾ। ਉਹਨੇ ਆਖਿਆ, ਫਿਰ ਤੈਨੂੰ ਮੇਰੇ ਘਰੋਂ ਪ੍ਰਸ਼ਾਦਾ ਛਕਣਾ ਪੈਣਾ ਹੀ। ਉਹਨੇ ਆਖਿਆ, ਨਾ ਨਾ ਨਾ, ਤੇਰਾ ਭਲਾ ਹੋਵੇ, ਤੇਰੇ ਘਰੋਂ ਪ੍ਰਸ਼ਾਦਾ? ਉਹ ਮੈਂ ਉੱਚੀ ਸੁੱਚੀ ਕੁਲ ਦਾ ਬ੍ਰਾਹਮਣ, ਬੇਅੰਤ ਸ਼ਲੋਕ ਮੈਨੂੰ ਯਾਦ, ਮੈਂ ਐਡਾ ਵਿਦਵਾਨ, ਤੇ ਤੂੰ ਪਾਪ ਵਿਹਾਜਣ ਵਾਲੀ, ਤੇ ਤੇਰੇ ਘਰੋਂ ਮੈਂ ਪ੍ਰਸ਼ਾਦਾ ਛਕ ਕੇ ਆਪਣੀਆਂ ਕੁਲਾਂ ਕਲੰਕਿਤ ਕਰਨੀਆਂ? ਇਹ ਨਹੀਂ ਹੋ ਸਕਦਾ। ਉਹਨੇ ਆਖਿਆ, ਪੰਡਤ ਜੀ ਫਿਰ ਪੌੜੀਆਂ ਉਤਰਦੇ ਨਜ਼ਰ ਆਓ। ਜਦੋਂ ਪੰਡਤ ਪੌੜੀਆਂ ਉਤਰ ਲੱਗਾ ਨਾ, ਉਸ ਵੇਸਵਾ ਨੇ ਆਖਿਆ, ਪੰਡਤ ਜੀ ਜਿਹੜਾ ਮੈਂ ਪ੍ਰਸ਼ਾਦਾ ਤੁਹਾਨੂੰ ਛਕਾਉਣਾ ਨਾ, ਉਹ ਥਾਲੀ ਸੋਨੇ ਦੀ ਆ, ਕੌਲੀ ਵੀ ਸੋਨੇ ਦੀ ਆ, ਗਲਾਸ ਵੀ ਸੋਨੇ ਦਾ, ਤੇ ਚਿਮਚਾ ਵੀ ਸੋਨੇ ਦਾ ਵਾ। ਤੇ ਮੇਰਾ ਸੁਭਾਅ ਆ ਵੀ ਜਿਹੜੇ ਜਜਮਾਨ ਨੂੰ ਮੈਂ ਪ੍ਰਸ਼ਾਦਾ ਛਕਾਵਾਂ ਨਾ,
ਉਹਨੂੰ ਭਾਂਡੇ ਮੈਂ ਨਾਲ ਹੀ ਦੇ ਦਿੰਨੀ ਆ। ਪੰਡਤ ਦੇ ਦਿਮਾਗ ਨੇ ਚੱਕਰ ਖਾਦਾ, ਉਹਨੇ ਆਖਿਆ ਕਰਮਾਂ ਵਾਲੀਏ ਜੋ ਕੁਝ ਬਣਿਆ ਫਟਾਫਟ ਪਾ ਕੇ ਲੈ ਆ। ਵਾਹਿਗੁਰੂ। ਜਦੋਂ ਉਹਨੇ ਪ੍ਰਸਾਦਾ ਪਲੋਸ ਕੇ ਪੰਡਤ ਦੇ ਗਾੜੀ ਰੱਖਿਆ ਤੇ ਕਹਿਣ ਲੱਗੀ, ਪੰਡਤ ਜੀ ਤੁਸੀਂ ਏਡੀ ਉੱਚੀ ਸੁੱਚੀ ਕੁੱਲ ਦੇ ਬ੍ਰਾਹਮਣ, ਤੁਸੀਂ ਇੰਨੀ ਪਵਿੱਤਰ ਆਤਮਾ, ਤੇ ਮੈਂ ਸਾਰੀ ਉਮਰ ਪਾਪ ਵਿਆਜਣ ਵਾਲੀ, ਤੇ ਇੱਕ ਬੁਰਕੀ ਆਪਣੇ ਪਵਿੱਤਰ ਹੱਥਾਂ ਨਾਲ ਮੈਨੂੰ ਵੀ ਤੋੜ ਕੇ ਦੇ ਦਿਓ ਤੇ ਮੇਰਾ ਵੀ ਜੀਵਨ ਸਫਲਾ ਹੋ ਜੇ। ਜਦੋਂ ਇਧਰ ਉਧਰ ਵੇਖ ਕੇ ਬੁਰਕੀ ਤੋੜ ਕੇ ਉਹਨੂੰ ਦੇਣ ਲੱਗਾ ਨਾ, ਉਹਨੇ ਵੱਟ ਕੇ ਬੂਥੇ ਤੇ ਚਪੇੜ ਮਾਰੀ ਤੇ ਅੱਗੇ ਥਾਲੀ ਖਿੱਚ ਲਈ। ਉਹਨੇ ਆਖਿਆ ਪਤਾ ਲੱਗ ਗਿਆ ਪਾਪ ਦਾ ਪਿਓ ਕੌਣ ਹੁੰਦਾ? ਆਂਦਾ ਲੱਗ ਗਿਆ ਪਾਪ ਦਾ ਪਿਓ ਤੇ ਲੋਭ ਹੁੰਦਾ। ਸੱਚ ਹੈ। ਮਹਾਰਾਜ ਸਾਨੂੰ ਪਾਤਸ਼ਾਹ ਬਾਣੀ ਚ ਇੱਕ ਇੱਕ ਪੰਕਤੀ ਵਿੱਚ ਗਿਆਨ ਦਿੰਦੇ, ਲਾਲਚ ਛੋਡੋ ਅੰਧਿਓ, ਅੰਧਿਓ ਲਾਲਚ ਦੁੱਖ ਭਾਰੀ, ਦੁੱਖ ਭਾਰੀ, ਮਾਇਆ ਮਮਤਾ ਮੋਹਣੀ, ਆਹਾ ਜਿਨ ਵਿਣ ਦੰਤਾਂ ਜਗ ਖਾਇਆ। ਹੁਣ ਮਾਇਆ ਨੂੰ ਦੰਤ ਨਾ ਹੁੰਦੇ। ਗੁਰੂ ਅਮਰਦਾਸ ਜੀ ਕਹਿੰਦੇ ਵੀ ਦੰਦਾਂ ਤੋਂ ਬਿਨਾਂ ਇਹਨੇ ਜਗ ਨੂੰ ਖਾ ਲਿਆ। ਖਾਦਾ ਕਿਨਾਂ ਨੂੰ? ਮਨ ਮੁਖ ਖਾਦੇ, ਗੁਰਮੁਖ ਗੁਰਮੁਖ ਉਪਰੇ, ਜਿਨੀ ਜਿਨੀ ਸੱਚ ਨਾਮ ਚਿਤ ਲਾਇਆ। ਬਿਨ ਨਾਵੇ ਜਗ ਕਮਲਾ ਫਿਰੇ, ਕਮਲਾ ਫਿਰੇ, ਗੁਰਮੁਖ ਨਦਰੀ ਆਇਆ। ਧੰਦਾ ਕਰਤਿਆਂ ਨੇਫਲ ਜਨਮ ਗਵਾਇਆ। ਸੁਖ ਦਾਤਾ ਮਨ ਨਾ ਗਵਾਇਆ। ਮਨ ਨਾ ਵਸਾਇਆ। ਜਿੰਨੇ ਅਸੀਂ ਸੁਖ ਦੇ ਸਾਧਨ ਕਰ ਰਹੇ ਇਕੱਠੇ ਕਰ ਰਹੇ ਹਨ, ਸਿੱਖੋ ਰਹਿ ਸਭ ਦੇ ਇੱਥੇ ਜਾਣੇ ਆ। ਆਹਾ ਤੇ ਮੜੀਆਂ ਵੀ ਕਿਸੇ ਅਮੀਰ ਦੀਆਂ ਕੋਈ ਬਹੁਤੀਆਂ ਵਧੀਆਂ ਨਹੀਂ ਬਣੀਆਂ ਹੁੰਦੀਆਂ ਤੇ ਗਰੀਬ ਦੀਆਂ ਘਟੀਆਂ ਨਹੀਂ ਹੁੰਦੀਆਂ, ਕਿਉਂਕਿ ਸਵਾਦ ਸਾਰੀ ਚੁੱਕ ਕੇ ਨਹਿਰ ਸੁੱਟ ਦੇਣੀ ਆ। ਉੱਥੇ ਜਾ ਕੇ ਸਾਰੇ ਹੀ ਖੱਪੇ ਮਿਲ ਜਾਣੇ ਆ, ਅਮੀਰ ਗਰੀਬ ਇੱਕੋ ਹੋ ਜਾਣਾ। ਜੇ ਕੋਈ ਸਾਡੇ ਕੋਲ ਜ਼ਿੰਦਗੀ ਵਿੱਚ ਚੰਗਾ ਕੰਮ ਹੁੰਦਾ ਨਾ, ਉਹ ਸਾਨੂੰ ਕਰ ਲੈਣਾ ਚਾਹੀਦਾ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਦੇ ਪੁੱਤਰ ਹਰਗੋਬਿੰਦ ਨੂੰ ਉਹ ਪਾਪੀ ਕਿੱਥੇ ਦਹੀਂ ਛਕਾਉਂਦਾ ਸੀ, ਪਿਆਰ ਦੇ ਨਾਲ ਸੇਵਾ ਕਰਦਾ ਸੀ, ਤੇ ਅੱਜ ਪਿਰਥੀ ਤੇ ਚੰਦ ਦੇ ਆਖੇ ਲਾ ਕੇ ਲਾਲਚ ਵਿੱਚ ਆ ਕੇ ਜ਼ਹਿਰ ਦੀ ਪੁੜੀ ਲੈ ਲਈ। ਗੁਰੂ ਕੇ ਮਹਿਲਾਂ ਵਿੱਚ ਚਲੇ ਗਿਆ। ਆਂਦੇ ਉਸਨੇ ਚਾਟੀ ਵਿੱਚੋਂ ਦਹੀਂ ਪਾਇਆ ਤੇ ਜ਼ਹਿਰ ਦੀ ਪੁੜੀ ਵਿੱਚ ਘੋਲੀ ਜਾ ਰਿਹਾ। ਬਾਲਕ ਨੂੰ ਚੁੱਕ ਕੇ ਉੱਤੇ ਚਬਾਰੇ 'ਚ ਲੈ ਜਾਂਦਾ। ਪਾਪੀ ਮਨ ਸੋਚਦਾ ਵੀ ਜੇ ਨਾ ਖਾਦਾ ਤੇ ਫਿਰ ਕੀ ਕਰੇਗਾ। ਤੇ ਮਨ ਹੰਗੂਰਾ ਦਿੰਦਾ ਵੀ ਤੇਰੇ ਨਾਲ ਕਿਹੜਾ ਤਕੜਾ, ਦੋਵਾਂ ਹੱਥਾਂ ਨਾਲ ਇੱਕ ਹੱਥ ਨਾਲ ਦੋਵੇਂ ਹੱਥ ਫੜ ਲਈ, ਮੂੰਹ 'ਚ ਢਾ ਕੇ ਪਾ ਦੀ, ਤੇਰਾ ਕੰਮ ਹੋਣਾ, ਅਗਲਾ ਕੰਮ ਪਿਰਥੀ ਚੰਦ ਨੇ ਸੰਭਾਲ ਲੈਣਾ। ਆਂਦੇ ਜਿਸ ਵੇਲੇ ਬਾਲਕ ਹਰਗੋਬਿੰਦ ਨੂੰ ਉਹ ਬਾਹਮਣ ਜ਼ੋਰਾ ਜਬਰੀ ਦਹੀਂ ਛਕਾਉਣ ਲੱਗਾ, ਆਂਦੇ ਛੋਟੀ ਅਵਸਥਾ ਵਿੱਚ ਬਾਲਕ ਹਰਗੋਬਿੰਦ ਮਾਂ ਮਾਂ ਕਹਿ ਕੇ ਆਵਾਜ਼ ਮਾਰੀ। ਮਾਤਾ ਗੰਗਾ ਜੀ ਦੇ ਕੰਨਾਂ ਵਿੱਚ ਆਵਾਜ਼ ਪਈ। ਗੁਰੂ ਅਰਜਨ ਸਾਹਿਬ ਜੀ ਨੇ ਸੇਵਾਦਾਰ ਨੂੰ ਉੱਤੇ ਘੱਲਿਆ, ਬ੍ਰਾਹਮਣ ਨੂੰ ਥੱਲੇ ਬੁਲਾਇਆ। ਪੰਡਤ ਜੀ ਅੱਜ ਬਾਲਕ ਰੋਂਦੇ ਕਿਉਂ? ਆਂਦਾ ਮਹਾਰਾਜ ਅੱਜ ਖਹਿੜਾ ਜਿਹਾ ਕਰੀ ਜਾਂਦੇ ਆ, ਅੱਜ ਦਹੀਂ ਨਹੀਂ ਛਕਦੇ। ਮਹਾਰਾਜ ਕਹਿਣ ਲੱਗੇ ਲਿਆਓ ਦਹੀਂ ਅਸੀਂ ਛਕਾ ਦਿੰਦੇ ਆ। ਮਹਾਰਾਜ ਸਭ ਕੁਝ ਜਾਣਦੇ ਸੀ, ਪਰ ਉਸ ਪਾਪੀ ਦਾ ਉਹ ਜਿਹੜੀ ਚਤਰਾਈ ਕਰ ਰਿਹਾ ਸੀ ਉਹ ਵੇਖਣਾ ਚਾਹੁੰਦੇ ਸੀ। ਮਹਾਰਾਜ ਕਹਿਣ ਲੱਗੇ ਪੰਡਤ ਜੀ ਸਾਨੂੰ ਇਉਂ ਲੱਗਦਾ ਵੀ ਅੱਜ ਰੰਗ ਦਹੀਂ ਦਾ ਕੋਈ ਤਬਦੀਲ ਜਿਹਾ ਜਾਪਦਾ। ਜਦੋਂ ਮਹਾਰਾਜ ਨੇ ਆਪਣੇ ਹੱਥਾਂ ਦੇ ਨਾਲ ਛੰਨਾ ਬਾਲਕ ਦੇ ਗਾੜੀ ਕੀਤਾ ਨਾ, ਤੇ ਬਾਲਕ ਨੇ ਛੋਟੇ ਛੋਟੇ ਹੱਥਾਂ ਨਾਲ ਪਿਛਾਂਹ ਨੂੰ ਕਰਤਾ। ਗੁਰੂ ਅਰਜਨ ਸਾਹਿਬ ਕਹਿਣ ਲੱਗੇ ਪੰਡਤ ਜੀ ਇਹਨਾਂ ਸਾਡੀ ਕਦੀ ਕਹਿਣੀ ਨਹੀਂ ਸੀ ਮੋੜੀ, ਅੱਜ ਬਾਲਕ ਦਹੀਂ ਕਿਉਂ ਨਹੀਂ ਖਾਂਦੇ? ਮਹਾਰਾਜ ਪਤਾ ਨਹੀਂ ਖਹਿੜਾ ਜਿਹਾ ਕਰੀ ਜਾਂਦੇ ਆ। ਮਹਾਰਾਜ ਕਹਿਣ ਲੱਗੇ ਵੀ ਰੰਗ ਅੱਜ ਦਹੀਂ ਦਾ ਅੱਗੇ ਨਾਲੋਂ ਤਬਦੀਲ ਜਿਹਾ ਕੋ ਲੱਗਦਾ। ਆਂਦਾ ਮਹਾਰਾਜ ਮੈਂ ਤੇ ਉਸੇ ਚਾਟੀ ਚੋਂ ਪਾਇਆ ਜਿਹੜੀ ਜੋ ਰੋਜ਼ ਪਾਉਣਾ, ਮੈਨੂੰ ਨਹੀਂ ਪਤਾ। ਮਹਾਰਾਜ ਪੁੱਛ ਰਹੇ ਆ ਪੰਡਤ ਆਪਣੀ ਸਫਾਈ 'ਚ ਕੀ ਕੁਝ ਕਹਿ ਰਿਹਾ। ਇੱਕ ਪਾਸੇ ਪੰਡਤ ਆਪਣੀ ਸਫਾਈ ਦੇ ਰਿਹਾ, ਦੂਜੇ ਪਾਸੇ ਤਖਤਾਂ ਤਾਜਾਂ ਦੇ ਮਾਲਕ ਅੰਤਰਜਾਮੀ ਗੁਰੂ ਹਰਗੋਬਿੰਦ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਪੰਡਤ ਨੂੰ ਪੁੱਛ ਰਹੇ ਆ। ਗੱਲਾਂ ਬਾਤਾਂ, ਸਵਾਲ ਜਵਾਬ, ਉੱਤਰ ਪ੍ਰਸ਼ਨ ਲਹਿਰੀਏ ਛੰਦ ਵਿੱਚ ਜੋ ਦਾਸ ਅੱਗੇ ਬੋਲੇਗਾ, ਜੋੜੀ ਪਿੱਛੇ ਬੋਲੇਗੀ। ਜਰਾ ਸੁਣਿਓ ਬਾਈ। ਮਨ ਲੋਭੀ ਮਨ ਲਾਲਚੀ ਮਨ ਚੰਚਲ ਮਨ ਚੋਰ, ਮਨ ਦੇ ਮਗਰ ਨ ਲੱਗੀਏ, ਪਲਕ ਪਲਕ ਮਨ ਹੋਰ। ਜੀ ਗੁਰਾਂ ਸੱਦ ਕੇ ਬਚਨ ਫਰਮਾਇਆ ਏ,
ਕਿਹੜੀ ਗੱਲੋਂ ਬਾਲ ਕੇ ਨੇ ਰੌਲਾ ਪਾਇਆ ਏ ਭੇਦ ਅਸਲੀ ਅਸਾਂ ਨੇ ਲੈਣਾ ਚਾਹਿਆ ਏ ਕੁੰਡੀ ਦਿਲ ਵਾਲੀ ਖੋਲ ਕੀ ਦਲੀਲ ਆਪਦੀ ਸਾਨੂੰ ਪੰਡਤਾਂ ਦਈ ਚ ਹੈ ਕਸਰ ਜਾਪਦੀ ਹੱਥ ਜੋੜ ਕੇ ਨਮੂਰੇ ਸਰਕਾਰ ਦੇ ਮੈਂ ਤਾਂ ਦਈ ਸੀ ਪਲਾਉਂਦਾ ਨਾਲ ਪਿਆਰ ਦੇ ਮੈਨੂੰ ਪਤਾ ਨਹੀਂ ਕਿਉਂ ਨੇ ਚੀਕਾ ਮਾਰਦੇ ਇਸ ਗੱਲ ਦਾ ਨਾ ਮੈਨੂੰ ਹੈ ਗਿਆਨ ਗੁਰੂ ਜੀ ਚੰਗੇ ਮਾੜੇ ਦੀ ਨਾ ਮੈਨੂੰ ਹੈ ਪਛਾਣ ਗੁਰੂ ਜੀ ਗੋਰਾ ਸੱਦ ਕੇ ਬਚਨ ਫੁਰਮਾਇਆ ਏ ਕਿਹੜੀ ਗੱਲੋਂ ਬਾਲ ਕੇ ਨੇ ਰੌਲਾ ਪਾਇਆ ਏ ਭੇਦ ਅਸਲੀ ਅਸਾਂ ਨੇ ਲੈਣਾ ਚਾਹਿਆ ਏ ਕੁੰਡੀ ਦਿਲ ਵਾਲੀ ਖੋਲ ਕੀ ਦਲੀਲ ਆਪਦੀ ਸਾਨੂੰ ਪੰਡਤਾਂ ਦਈ ਚ ਹੈ ਕਸਰ ਜਾਪਦੀ ਹੱਥ ਜੋੜ ਕੇ ਨਮੂਰੇ ਸਰਕਾਰ ਦੇ ਮੈਂ ਤਾਂ ਦਈ ਸੀ ਪਲਾਉਂਦਾ ਨਾਲ ਪਿਆਰ ਦੇ ਮੈਨੂੰ ਪਤਾ ਨਹੀਂ ਕਿਉਂ ਨੇ ਚੀਕਾ ਮਾਰਦੇ ਇਸ ਗੱਲ ਦਾ ਨਾ ਮੈਨੂੰ ਹੈ ਗਿਆਨ ਗੁਰੂ ਜੀ ਚੰਗੇ ਮਾੜੇ ਦੀ ਨਾ ਮੈਨੂੰ ਹੈ ਪਛਾਣ ਗੁਰੂ ਜੀ ਅੱਜ ਦਈ ਅਸੀਂ ਮੁੱਖ ਨੂੰ ਲਗਾਇਆ ਏ ਨਹੀਂ ਗਾ ਤਾਂ ਵੀ ਬਾਲ ਕੇ ਨੇ ਪਿੱਛੇ ਨੂੰ ਹਟਾਏ ਨਹੀਂ ਗਾ ਖਾਣਾ ਇਹਨਾਂ ਸਿਰ ਵੀ ਹਿਲਾਇਆ ਏ ਕਹਿਣੀ ਅੱਜ ਤੱਕ ਨਹੀਂ ਗੀ ਇਹਨਾਂ ਮੋੜੀ ਬਾਪ ਦੀ ਸਾਨੂੰ ਪੰਡਤਾਂ ਦਈ ਚ ਹੈ ਕਸਰ ਜਾਪਦੀ ਮੈਂ ਤਾਂ ਮੂੰਹ ਕਰ ਸਕਾਂ ਨਾ ਸਲਾਤ ਜੀ ਦਹੀਂ ਨਿਰੀ ਮਲਾਈ ਮਿੱਠਾ ਬਹੁਤ ਜੀ ਮੈਨੂੰ ਇਹਨਾਂ ਨਾਲ ਦੱਸੋ ਕੀ ਹਦਾਤ ਜੀ ਤੁਸੀਂ ਜਾਣਦੇ ਦਿਲਾਂ ਦੀ ਜਾਣੀ ਜਾਣ ਗੁਰੂ ਜੀ ਚੰਗੇ ਮਾੜੇ ਦੀ ਨਾ ਮੈਨੂੰ ਹੈ ਪਛਾਣ ਗੁਰੂ ਜੀ ਅੱਜ ਰੰਗ ਕਿਉਂ ਦਈ ਦਾ ਤਬਦੀਲ ਹੈ ਖੋਟੀ ਤੇਰੀ ਸਾਨੂੰ ਜਾਪਦੀ ਦਲੀਲ ਹੈ ਸੱਚ ਦਰਗਾਹ ਚ ਬੰਦੇ ਦਾ ਵਕੀਲ ਹੈ ਜੜਾ ਪੁੱਟ ਦੇਗੀ ਬੰਨ ਲਈ ਜੋ ਪੰਡ ਪਾਪ ਦੀ ਸਾਨੂੰ ਪੰਡਤਾਂ ਦਈ ਚ ਹੈ ਕਸਰ ਜਾਪਦੀ ਪਤਾ ਕਰ ਲਵ ਮਾਰ ਕੇ ਆਵਾਜ਼ ਦੀ ਪਤਾ ਕਰ ਲਵ ਮਾਰ ਕੇ ਆਵਾਜ਼ ਦੀ ਦਈ ਕਰੋ ਹੀ ਲਿਆ ਮਹਾਰਾਜ ਜੀ ਝੂਠ ਨਿਕਲੇ ਤਾਂ ਕਰੋ ਨਾ ਲਿਹਾਜ਼ ਦੀ ਮੇਰੀ ਮੰਨ ਲੋ ਅਰਜ ਮਿਹਰਬਾਨ ਗੁਰੂ ਜੀ ਚੰਗੇ ਮਾੜੇ ਦੀ ਨਾ ਮੈਨੂੰ ਹੈ ਪਛਾਣ ਗੁਰੂ ਜੀ ਚੰਗਾ ਦਈ ਅਸੀਂ ਕਿਸੇ ਨੂੰ ਛਕਾਵਾਂਗੇ ਤੇਰਾ ਸੱਚੀ ਅਤੇ ਝੂਠੀ ਜਮਾਵਾਂਗੇ ਜਿਹੜੀ ਹੋ ਤੈਨੂੰ ਅੱਖੀ ਵੀ ਵਿਖਾਵਾਂਗੇ ਬੁੱਧੀ ਸਿਆਣਿਆਂ ਦੀ ਝੂਠ ਕਦੇ ਨਹੀਂ ਅਲਾਪਦੀ ਸਾਨੂੰ ਪੰਡਤਾਂ ਦਈ ਚ ਹੈ ਕਸਰ ਜਾਪਦੀ ਕਰੋ ਜਿਵੇਂ ਹੈ ਸਾਨੂੰ ਮਨਜ਼ੂਰ ਜੀ ਮੇਰਾ ਇਹਦੇ ਵਿੱਚ ਕੋਈ ਨਾ ਕਸੂਰ ਜੀ ਮੈਂ ਤਾਂ ਬ੍ਰਾਹਮਣ ਗਰੀਬ ਹਾਂ ਹਜੂਰ ਜੀ ਮੂੰਹੋਂ ਮੰਗੇ ਲਵਾ ਤੁਹਾਡੇ ਕੋਲੋਂ ਨਾਮ ਗੁਰੂ ਜੀ ਚੰਗੇ ਮਾੜੇ ਦੀ ਨਾ ਮੈਨੂੰ ਹੈ ਪਛਾਣ ਗੁਰੂ ਜੀ ਕੁੱਤਾ ਪਿਸਤਾ ਸਾਡਾ ਦਹੀਂ ਖਾਵੇਗਾ ਵਾਹ ਵਾਹ ਉਹ ਕੁੱਤਾ ਪਿਸਤਾ ਅਸਾਂ ਦਾ ਦਹੀਂ ਖਾਵੇਗਾ ਤੇਰਾ ਸੱਚੀ ਅਤੇ ਝੂਠੀ ਜਮਾਵੇਗਾ ਸਾਡੇ ਦਿਲ ਵਾਲੀ ਆਸ ਨੂੰ ਪਜਾਵੇਗਾ ਨਹੀਂ ਮੋੜਦੀ ਕਲਮ ਰਿਖੀ ਦੇ ਸਰਾਫ ਦੀ ਸਾਨੂੰ ਪੰਡਤਾਂ ਦਈ ਚ ਹੈ ਕਸਰ ਜਾਪਦੀ ਅੱਗੇ ਸੁਣੋ ਜੱਗ ਹੋਇਆ ਕੀ ਹਲਾਲ ਜੀ ਅੱਗੇ ਸੁਣੋ ਜੱਗ ਹੋਇਆ ਕੀ ਹਲਾਲ ਜੀ ਧੋਖਾ ਕਰਦਾ ਏ ਪਾਪੀਏ ਚੰਡਾਲ ਜੀ ਕਰਾਂ ਸੱਚ ਕੇ ਸ਼ਹਿਰੀ ਗੁਰਦਿਆਲ ਜੀ ਲੱਗੇ ਮੁਖ ਚੋਂ ਕਰਨ ਫਰਮਾਨ ਗੁਰੂ ਜੀ ਚੰਗੇ ਮਾੜੇ ਦੀ ਨਾ ਮੈਨੂੰ ਹੈ ਪਛਾਣ ਗੁਰੂ ਜੀ ਹੋ ਮਹਾਰਾਜ ਜੀ ਨੇ ਬੜੀ ਪੁੱਛਣ ਦੀ ਕੋਸ਼ਿਸ਼ ਕੀਤੀ ਪਰ ਬ੍ਰਾਹਮਣ ਕੋਰਾ ਹੀ ਮੁਕਰ ਗਿਆ ਆਂਦਾ ਮਹਾਰਾਜ ਮੈਨੂੰ ਨਹੀਂ ਪਤਾ ਮਹਾਰਾਜ ਕਹਿਣ ਲੱਗੇ ਚਲੋ ਇਹ ਦਹੀਂ ਆਪਣੇ ਅਸੀਂ ਕੂਕਰ ਨੂੰ ਪਾ ਕੇ ਵੇਨੇ ਮਹਾਰਾਜ ਦੇ ਪਲੰਗੇ ਦੇ ਥੱਲੇ ਰਿਹਾ ਕਰਦਾ ਸੀ ਛੋਟੀ ਜਾਤ ਦਾ ਕੁੱਤਾ ਸੀ ਉਹਦਾ ਨਾਂ ਸੀ ਪਿਸਤਾ ਵਾਹਿਗੁਰੂ ਅਲਪ ਜਾਤ ਕੂਕਰ ਹੋਤੋ ਪਿਸਤਾ ਜੇ ਨਾਮਾ ਗੁਰ ਪ੍ਰਿਅੰਕ ਢਿੱਗ ਨਿਤ ਨਿਤ ਕਰਦ ਬਸਰਾਮਾ ਤਿਸਕੇ ਬਾਸਣ ਮਾਹੇ ਦਦੀ ਗੁਰਦੀਨ ਗਰਾਇਓ ਗੁਰ ਐਸ ਕੋ ਪਾਏ ਤਨਕ ਨਾ ਦੇਰ ਲਗਾਇਓ ਮਹਾਰਾਜ ਦੇ ਪਲੰਗੇ ਦੇ ਥੱਲੇ ਰਿਆ ਕਰਦਾ ਸੀ ਕਿੱਡਾ ਕਰਮਾਂ ਵਾਲਾ ਕੁੱਤਾ ਹੋਏਗਾ ਜਿਹੜਾ ਰੋਜ਼ ਗੁਰੂ ਦੇ ਦਰਸ਼ਨ ਕਰਦਾ ਹੋਏਗਾ ਮਹਾਰਾਜ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਕੁੱਕਰ ਨੂੰ ਬੁਲਾਇਆ ਆਵਾਜ਼ ਮਾਰੀ ਆਪਾਂ ਇੱਕ ਕੁੱਤੇ ਵਾਸਤੇ ਭਾਂਡਾ ਅੱਡ ਲਾਇਆ ਹੁੰਦਾ ਨਾ ਜੇ ਤੇ ਲੱਸੀ ਦੁੱਧ ਦਹੀਂ ਆਪਾਂ ਪਾਉਨੇ ਆ ਵਾਹਿਗੁਰੂ ਮਹਾਰਾਜ ਨੇ ਵੀ ਉਸ
ਭਾਂਡੇ ਵਿੱਚ ਕੁੱਤੇ ਦੇ ਭਾਂਡੇ ਵਿੱਚੋਂ ਛੰਨਾ ਦਹੀਂ ਵਾਲਾ ਲੁੱਧ ਦਿੱਤਾ ਤੇ ਆਖਿਆ ਕੂਕਰਾ ਇਸ ਦਹੀਂ ਨੂੰ ਖਾ ਜਾ। ਜਦੋਂ ਕੂਕਰ ਨੇ ਉਸ ਦਹੀਂ ਨੂੰ ਸੁੰਘਿਆ ਸਿੱਖੋ ਨੇ ਕੰਨ ਫੜਕ ਦਿੱਤੇ। ਵਾਹਿਗੁਰੂ ਉਹਦੀਆਂ ਅੱਖਾਂ ਦੇ ਵਿੱਚੋਂ ਜਾਰ ਜਾਰ ਨੀਰ ਜਾਣ ਲੱਗਾ। ਮਹਾਰਾਜ ਇਸ ਦਹੀਂ ਮੇਰੇ ਖਾਣ ਵਾਲਾ ਨਹੀਂਗਾ। ਸਿੱਖੋ ਜਿਸ ਤਰ੍ਹਾਂ ਬੰਦਾ ਗਿਆਨ ਵਿੱਚ ਸੁਤੰਤਰ ਹੈ ਨਾ, ਕਿਹੜੀ ਚੀਜ਼ ਛੱਡਣੀ ਕਿਹੜੀ ਖਾਣੀ ਆ, ਕਿਹੜੀ ਬਈ ਆ ਕਿਹੜੀ ਤਾਜੀ, ਬੰਦੇ ਨੂੰ ਗਿਆਨ ਆ ਨਾ। ਜਿਹੜਾ ਜਾਨਵਰ ਆ ਉਹਨੂੰ ਪਰਮੇਸ਼ਰ ਵੱਲੋਂ ਪ੍ਰਕਿਰਤ ਗਿਆਨ ਵਾ। ਤੁਸੀਂ ਭੰਗ ਦਾ ਬਾਗ ਲਾ ਦਿਓ, ਭੰਗ ਦੇ ਬਾਗ ਵਿੱਚ ਘੋੜੇ ਬੱਕਰੀਆਂ ਘੋੜੇ ਮੱਝਾਂ ਗਾਵਾਂ ਛੱਡ ਦਿਓ, ਉਹ ਕਦੇ ਭੰਗ ਨਹੀਂ ਖਾਣਗੇ। ਵਾਹਿਗੁਰੂ ਤੁਸੀਂ ਬਾਂਦਰ ਦੇ ਗਾੜੀ ਜ਼ਹਿਰ ਪਾ ਕੇ ਰੱਖ ਦਿਓ, ਬਾਂਦਰ ਕਦੇ ਵੀ ਜ਼ਹਿਰ ਨਹੀਂ ਖਾਏਗਾ, ਸੌਂ ਕੇ ਦੱਸ ਦੇਗਾ। ਇਸ ਤਰ੍ਹਾਂ ਕੁੱਤੇ ਦੀ ਵੀ ਇੱਕ ਹੈਬਿਟ ਹੈ। ਜਦੋਂ ਕੁੱਤੇ ਨੇ ਉਹ ਦਹੀਂ ਸੁੰਘਿਆ ਕੰਨ ਫੜਕਤੇ ਜਾਰ ਜਾਰ ਰੋਣ ਲੱਗਾ। ਮਹਾਰਾਜ ਇਹਦੇ ਵਿੱਚ ਪਾਪੀ ਨੇ ਜ਼ਹਿਰ ਮਿਲਾਇਆ। ਮਹਾਰਾਜ ਜੇ ਮੈਂ ਖਾ ਲਿਆ ਮੈਂ ਤੇ ਇੱਕ ਪਲ ਵੀ ਨਹੀਂ ਜੀਣਾ। ਮਹਾਰਾਜ ਕਹਿਣ ਲੱਗੇ ਤੂੰ ਸਾਡਾ ਬਚਨ ਮੰਨ ਲਾ। ਇਹ ਕਵੀ ਦੇ ਖਿਆਲ ਆ। ਕੂਕਰ ਕਹਿੰਦਾ ਮਹਾਰਾਜ ਤੁਹਾਡੇ ਰੋਜ਼ ਮੈਨੂੰ ਦਰਸ਼ਨ ਹੁੰਦੇ ਆ, ਮੈਨੂੰ ਤੁਹਾਡੇ ਦਰਸ਼ਨ ਦਿਦਾਰੇ ਕਿਦੋਂ ਹੋਣਗੇ। ਮਹਾਰਾਜ ਕਹਿਣ ਲੱਗੇ ਕੂਕਰਾ ਤੂੰ ਸਾਡਾ ਬਚਨ ਮੰਨ ਲਾ, ਤੈਨੂੰ ਅਸੀਂ ਨਰਕਾਂ ਵਿੱਚ ਨਹੀਂ ਜਾਣ ਦੇਵਾਂਗੇ। ਜਿਸ ਤਰ੍ਹਾਂ ਗੁਰੂ ਅਰਜਨ ਸਾਹਿਬ ਮਹਾਰਾਜ ਉਸ ਕੂਕਰ ਨੂੰ ਕੁਝ ਕਹਿ ਰਿਹਾ, ਲੈਣਾ ਕਵੀ ਦੀਆਂ ਇੰਜ ਬਿਆਨ ਕੀਤੀਆਂ ਲਿਖੀਆਂ। ਸਤਿਗੁਰ ਕਹਿੰਦੇ ਫਿਰ ਦੇ ਕੇ ਥਾਪੀ ਨੂੰ ਭੁਗਤਣਾ ਪੈ ਜੂਗਾ ਆਪੇ ਫਲ ਪਾਪੀ ਨੂੰ ਭੁਗਤਣਾ ਪੈ ਜੂਗਾ ਆਪੇ ਫਲ ਪਾਪੀ ਨੂੰ। ਕਿਹੜੀ ਗੱਲੋਂ ਹੋਇਆ ਤੂੰ ਨਰਾਸ ਕੁਕਰਾ, ਗੌਰ ਪੂਰੀ ਹੋ ਜੂ ਤੇਰਾ ਵਾਸ ਕੁਕਰਾ, ਗੌਰ ਪੂਰੀ ਹੋ ਜੂ ਤੇਰਾ ਵਾਸ ਕੁਕਰਾ। ਓਏ ਸਤਿਗੁਰ ਕਹਿੰਦਾ ਫਿਰ ਦੇ ਕੇ ਥਾਪੀ ਨੂੰ ਭੁਗਤਣਾ ਪੈ ਜੂਗਾ ਆਪੇ ਫਲ ਪਾਪੀ ਨੂੰ ਭੁਗਤਣਾ ਪੈ ਜੂਗਾ ਆਪੇ ਫਲ ਪਾਪੀ ਨੂੰ। ਕਿਹੜੀ ਗੱਲੋਂ ਹੋਇਆ ਤੂੰ ਨਰਾਸ ਕੁਕਰਾ, ਗੌਰ ਪੂਰੀ ਹੋ ਜੂ ਤੇਰਾ ਮਾਸ ਕੁਕਰਾ, ਗੌਰ ਪੂਰੀ ਹੋ ਜੂ ਤੇਰਾ ਮਾਸ ਕੁਕਰਾ। ਓਏ ਸ਼ੱਕ ਕੇ ਦਹੀਂ ਨੂੰ ਜੇ ਤੂੰ ਮਰ ਜਾਵੇਂਗਾ ਮੁਕਤੀ ਦੀ ਪਦਵੀ ਜ਼ਰੂਰ ਪਾਵੇਂਗਾ, ਮੁਕਤੀ ਦੀ ਪਦਵੀ ਜ਼ਰੂਰ ਪਾਵੇਂਗਾ। ਓ ਪੂਰੀ ਹੋ ਜੂ ਦਿਲ ਵਾਲੀ ਆਸ ਕੁਕਰਾ, ਗੌਰ ਪੂਰੀ ਹੋ ਜੂ ਤੇਰਾ ਮਾਸ ਕੁਕਰਾ, ਗੌਰ ਪੂਰੀ ਹੋ ਜੂ ਤੇਰਾ ਮਾਸ ਕੁਕਰਾ। ਸੇਵਾ ਕੀਤੀ ਰਹਿ ਕੇ ਵਾਹ ਵਾਹ ਚਰਨਾਂ ਦੇ ਕੋਲ ਨੂੰ ਸੁਣਦੇ ਰਹੇ ਹਾਂ ਤੇਰੇ ਮਿੱਠੇ ਬੋਲ ਨੂੰ, ਸੁਣਦੇ ਰਹੇ ਹਾਂ ਤੇਰੇ ਮਿੱਠੇ ਬੋਲ ਨੂੰ। ਓ ਕੱਟੀ ਗਈ ਜਮਾਂ ਦੀ ਤੇਰੀ ਫਾਸ ਕੁਕਰਾ ਗੌਰ ਪੂਰੀ ਹੋ ਜੂ ਤੇਰਾ ਵਾਸ ਕੁਕਰਾ, ਗੌਰ ਪੂਰੀ ਹੋ ਜੂ ਤੇਰਾ ਵਾਸ ਕੁਕਰਾ। ਸ਼ੱਕ ਕੇ ਦਈ ਨੂੰ ਜੇ ਤੂੰ ਮਰ ਜਾਵੇਂਗਾ ਗੁਰੂ ਨਾਨਕ ਦੇ ਚਰਨਾਂ 'ਚ ਜਾਵੇਂਗਾ, ਗੁਰੂ ਨਾਨਕ ਦੇ ਚਰਨਾਂ 'ਚ ਜਾਵੇਂਗਾ। ਹੋ ਜਾਈ ਇਮਤਿਹਾਨ ਵਿੱਚੋਂ ਪਾਸ
कुकरा गोर पूरी हो जू तेरा वास कुकरा गोर पूरी हो जू तेरा वास कुकरा तेरा नाम सदा जग ते अटल जी ते चंदन ने सभा च सुनाती गल जी चंदन ने सभा च सुनाती गल जी गोर लाल जुगराज कहे त्यास कुकरा गोर पूरी हो जू तेरा वास कुकरा गोर पूरी हो जू तेरा वास कुकरा ਸਾਹਿਬ ਗੁਰੂ ਪੰਚਮ ਪਾਤਸ਼ਾਹ ਦਾ ਬਚਨ ਮੰਨ ਕੇ ਉਹ ਜ਼ਹਿਰ ਵਾਲਾ ਦਹੀਂ ਕੁੱਤਾ ਖਾ ਗਿਆ ਉਧਰੋਂ ਕੁੱਤਾ ਤੜਫਣ ਲੱਗਾ ਤੇ ਉਧਰੋਂ ਬਾਹਮਣ ਨੂੰ ਸੂਲ ਛਿੜੀ ਤੇ ਬਾਹਮਣ ਤੜਫਣ ਲੱਗ ਪਿਆ ਗੁਰਬਾਣੀ ਦਾ ਫਰਮਾਨ ਹੈ ਮੈਂ ਕੋਲੋਂ ਨਹੀਂ ਕਹਿ ਰਿਹਾ ਲੇਪ ਨਾ ਲੇਪ ਨਾ ਲਾਗੋ ਤਿਲਕਾ ਮੂਲ ਦੁਸ਼ਟ ਬ੍ਰਾਹਮਣ ਮੂਆ ਹੋਏ ਕੇ ਹੋਏ ਸੂਲ ਕੀ ਸੂਲ ਸੂਲ ਹੋ ਕੇ ਬ੍ਰਾਹਮਣ ਮਰਨ ਲੱਗਾ ਮਹਾਰਾਜ ਕਹਿਣ ਲੱਗੇ ਓਏ ਕੀ ਕੀਤਾ ਈ ਆਹੋ ਆਂਦਾ ਮਹਾਰਾਜ ਮੈਂ ਲਾਲਚ ਵਸ ਹੋ ਕੇ ਤੁਹਾਡੇ ਵੱਡੇ ਪਿਰਥੀਏ ਭਰਾ ਦੇ ਆਖੇ ਲੱਗ ਗਿਆ ਮਹਾਰਾਜ ਮੈਂ ਆਪ ਜ਼ਹਿਰ ਮਲਾਇਆ ਸੀ ਮਹਾਰਾਜ ਜੀ ਨੇ ਪਿਰਥੀ ਚੰਦ ਨੂੰ ਬੁਲਾਇਆ ਉਹ ਭਰਾਵਾ ਜੇ ਕੋਈ ਲੈਣਾ ਸੀ ਕੋਈ ਵੰਡਣਾ ਸੀ ਸਾਡੇ ਨਾਲ ਵੰਡ ਲੈਨੋ ਆਹੋ ਪਰ ਬਾਲ ਕੁੱਤੇ ਵਾਰ ਕਰਨਾ ਮਨੁੱਖਤਾ ਦੀ ਚਿੱਟੀ ਚਾਦਰ ਨੂੰ ਦਾਗ ਲਾਉਣ ਵਾਲੀ ਗੱਲ ਹੈ ਵਾਹਿਗੁਰੂ ਉਸ ਪਿਰਥੀਏ ਨੂੰ ਭਰੇ ਦਰਬਾਰ ਵਿੱਚ ਸ਼ਰਮਿੰਦਿਆ ਹੋਣਾ ਪਿਆ ਬੜੇ ਵਾਰ ਗੁਰੂ ਹਰਗੋਬਿੰਦ ਪਾਤਸ਼ਾਹ ਨੂੰ ਮਾਰਨ ਵਾਸਤੇ ਕੀਤੇ ਆਂਦੇ ਇੱਕ ਸਪੇਰੇ ਨੂੰ ਕੁਝ ਪੈਸੇ ਦੇ ਕੇ ਆਖਿਆ ਵੀ ਕੋਈ ਜ਼ਰੀਲਾ ਸੱਪ ਬਾਲਕ ਹਰਗੋਬਿੰਦ ਨੂੰ ਲੜਾ ਦੇ ਆਂਦੇ ਜਦੋਂ ਉਹਨੇ ਜ਼ਰੀਲਾ ਸੱਪ ਛੱਡਿਆ ਤੇ ਬਾਲਕ ਹਰਗੋਬਿੰਦ ਛੋਟੇ ਛੋਟੇ ਪੈਰਾਂ ਨਾਲ ਗਾਂਹ ਤੁਰ ਕੇ ਉਹ ਸੱਪ ਦੀ ਸਿਰੀ ਇਸ ਤਰ੍ਹਾਂ ਮਸਲ ਦਿੱਤੀ ਆਹੋ ਜਿਸ ਤਰ੍ਹਾਂ ਬਾਬਾ ਬੁੱਢਾ ਸਾਹਿਬ ਨੇ ਗੰਢਾ ਮਸਲਿਆ ਸੀ ਸਤ ਸ੍ਰੀਆਂ ਕਾਲ ਤੇ ਉਸ ਗੁਰੂ ਮਹਾਬਲੀ ਸਤਿਗੁਰੂ ਦਾ ਆਪ ਜੋ ਪ੍ਰਕਾਸ਼ ਦਿਹਾੜਾ ਮਨਾ ਰਹੇ ਜੇ ਜਿਹੜੀ ਖਾਲਸਾ ਸਿਰਜਣਾ ਦਾ ਨੀਂਹ ਪੱਥਰ ਸੀ ਨਾ ਇਹ ਵੀ ਗੁਰੂ ਹਰਗੋਬਿੰਦ ਪਾਤਸ਼ਾਹ ਨੇ ਰੱਖਿਆ ਸੀ ਵਾਹਿਗੁਰੂ ਜਦੋਂ ਮਹਾਰਾਜ ਗੁਰਤਾ ਗੱਦੀ ਤੇ ਬੈਠੇ ਤੇ ਬਾਬਾ ਬੁੱਢਾ ਸਾਹਿਬ ਜੀ ਨੇ ਲਿਆ ਕੇ ਇੱਕ ਤਲਵਾਰ ਗੁਰੂ ਹਰਗੋਬਿੰਦ ਪਾਤਸ਼ਾਹ ਦੇ ਸੱਜੇ ਪਾਸੇ ਪਾਤੀ ਆਹੋ ਇਹ ਗੱਲ ਚੇਤੇ ਰੱਖਿਓ ਭਾਵੇਂ ਕੋਈ ਜਰਨੈਲ ਆ ਭਾਵੇਂ ਕੋਈ ਸ਼ਹਿਜ਼ਾਦਾ ਭਾਵੇਂ ਕੋਈ ਸਿਪਾਹੀ ਆ ਭਾਵੇਂ ਕੋਈ ਬਾਦਸ਼ਾਹ ਜਿਹੜੀ ਤਲਵਾਰ ਉਹ ਖੱਬੇ ਪਾਸੇ ਹੀ ਪਾਈ ਜਾਂਦੀ ਜਦੋਂ ਬਾਬਾ ਬੁੱਢਾ ਸਾਹਿਬ ਨੇ ਗੁਰੂ ਹਰਗੋਬਿੰਦ ਪਾਤਸ਼ਾਹ ਦੇ ਸੱਜੇ ਪਾਸੇ ਤਲਵਾਰ ਪਾਤੀ ਨਾ ਜਿਹੜੇ ਸਿੱਖ ਬੈਠੇ ਸੀ ਨੇ ਵਿੱਚ ਬੀਬੀਆਂ ਵਾਂਗੂ ਮੂੰਹ ਜੋੜ ਕੇ ਤੇ ਗੱਲਾਂ ਕਰਨ ਲੱਗ ਪਏ ਆਹੋ ਵੀ ਬਾਬੇ ਨੂੰ ਕੀ ਪਤਾ ਵੀ ਤਲਵਾਰ ਕਿੱਧਰ ਪਾਉਣੀ ਆ ਵਾਹਿਗੁਰੂ ਬਾਬਾ ਕਿਹੜਾ ਜੰਗ ਲੜਦਾ ਰਿਹਾ ਢੋਂਦਾ ਤੇ ਗੁਰੂ ਘਰ ਦੀ ਟੋਕਰੀ ਰਿਹਾ ਜਾਂ ਗਾਵਾਂ ਮਈਆਂ ਚਰਦਾ ਰਿਹਾ ਬਾਬੇ ਨੂੰ ਕੀ ਪਤਾ ਵੀ ਤਲਵਾਰ ਕਿੱਧਰ ਪਾਉਣੀ ਆ ਅਜੇ ਗੱਲਾਂ ਕਰ ਹੀ ਰਹੇ ਸੀ ਤੇ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਨੇ ਇੱਕ ਤਲਵਾਰ ਲਿਆ ਕੇ ਛੇਵੇਂ ਪਾਤਸ਼ਾਹ ਦੇ ਖੱਬੇ ਪਾਸੇ ਵੀ ਪਾਤੀ ਤੇ ਆਸਿਆ ਆਖਿਆ ਸਿੱਖੋ ਮੈਂ ਤਲਵਾਰ ਭੁੱਲ ਕੇ ਨਹੀਂ ਪਾਈ ਮੈਂ ਗੁਰੂ ਦੇ ਹੁਕਮ ਨਾਲ ਪਾਈ ਆ ਤੇ ਗੁਰੂ ਦੇ ਹੁਕਮ ਦੇ ਵਿੱਚ ਇੱਕ ਹੋਰ ਭੇਦ ਛੁਪਿਆ ਗੁਰੂ ਦੀ ਗੱਲ ਨੂੰ ਸਮਝ ਲੈਣਾ ਇਹ ਬੰਦੇ ਦੇ ਮਾਦੇ ਵਸ ਦੀ ਗੱਲ ਨਹੀਂ ਗੁਰੂ ਦੀ ਗੱਲ ਨੂੰ ਗੁਰੂ ਦੀ ਮੱਤ ਨਾਲ ਹੀ ਸਮਝਿਆ ਜਾ ਸਕਦਾ ਹੈ ਮੈਂ ਤਲਵਾਰ ਭੁੱਲ ਕੇ ਨਹੀਂ ਪਾਈ ਮੈਂ ਗੁਰੂ ਦੇ ਹੁਕਮ ਨਾਲ ਪਾਈ ਆ ਅਜੇ ਗੁਰੂ ਦੇ ਹੁਕਮ ਵਿੱਚ ਇੱਕ ਭੇਦ ਹੋਰ ਛੁਪਿਆ ਅਜੇ ਤੇ ਮੈਂ ਗੁਰੂ ਦੇ ਇੱਕ ਗਾਤਰੇ ਦੋ ਤਲਵਾਰਾਂ ਪਾਈਆਂ ਨਾ ਸਮਾਂ ਹੋਣਾ ਇਹਨਾਂ ਦਵਾਂ ਤਲਵਾਰਾਂ ਨੇ ਇੱਕ ਹੀ ਮਿਆਨ 'ਚ ਹੋ ਜਾਣਾ ਸਿੱਖ ਫੇਰ ਗੱਲਾਂ ਕਰ ਲੱਗੇ ਵੀ ਇੱਕ ਮਿਆਨ 'ਚ ਦੋ ਤਲਵਾਰਾਂ ਬਾਬਾ ਬੁੱਢਾ ਸਾਹਿਬ ਨੇ ਆਖਿਆ ਸਮਾਂ ਦੱਸੇਗਾ ਜਦੋਂ ਦੋ ਤਲਵਾਰਾਂ ਦੀਆਂ ਪਿੱਠਾਂ ਜੋੜ ਦਈਏ ਨਾ ਤੇ ਉਹ ਖੰਡੇ ਦਾ ਰੂਪ ਧਾਰਨ ਕਰ ਜਾਂਦੀਆਂ ਵਾਹ ਵਾਹ ਉਹੋ ਹੀ ਖੰਡਾ ਜਦੋਂ ਗੁਰੂ ਹਰਗੋਬਿੰਦ ਪਾਤਸ਼ਾਹ ਦੇ ਪੋਤਰੇ ਦੇ ਹੱਥ ਵਿੱਚ ਆਇਆ ਬਾਬਾ ਜਿਨਨੇ ਪਾ ਕੇ ਬਾਟੇ ਵਿੱਚ ਸਤਲੁਜ ਦਾ ਦਲ ਜਦੋਂ ਉਹ ਦੋ ਧਾਰਾ ਖੰਡਾ ਫੇਰਿਆ
ਜਿਹਦੀ ਇੱਕ ਧਾਰ ਮੀਰੀ ਦੀ ਸੀ, ਵਾਹ ਵਾਹ ਇੱਕ ਪੀਰੀ ਦੀ ਸੀ। ਇਸ ਵਾਸਤੇ ਉਹਦਾ ਖਾਲਸਾ ਸੰਤ ਵੀ ਹੈ ਤੇ ਸਿਪਾਹੀ ਵੀ ਹੈ। ਇਹ ਖਾਲਸਾ ਸਿਰਜਣਾ ਦਾ ਨੀਂਹ ਪੱਥਰ ਵੀ ਗੁਰੂ ਹਰਗੋਬਿੰਦ ਪਾਤਸ਼ਾਹ ਨੇ ਆਪ ਹੀ ਰੱਖਿਆ ਸੀ। ਗੁਰੂ ਕਿਰਪਾ ਕਰੇ, ਸੰਗਤਾਂ ਵੱਲੋਂ ਹੁਕਮ ਹੈ, ਤੇਰੀ ਪ੍ਰੀਤ ਹੀ ਮੇਰਾ ਜੀਵਨ ਹੈ, ਤੇਰੇ ਨਾਮ ਨਾ ਤੇਰੇ ਨਾਮ ਨ ਚੱਲਣ ਸਵਾਸ ਮੇਰੇ। ਚੱਲਣ ਸਵਾਸ ਮੇਰੀ। ਗੁਰੂ ਕੀਆਂ ਲਾਡਲੀਆਂ ਫੌਜਾਂ ਨਿਹੰਗ ਸਿੰਘ ਤਿਆਰ ਪਰ ਤਿਆਰ ਪਹੁੰਚੇ ਆ। ਉਹਨਾਂ ਵੱਲੋਂ ਹੁਕਮ ਵੀ ਇੱਕ ਜ਼ਫਰਨਾਮਾ ਵੀ ਤੁਹਾਡੇ ਕੋਲ ਸੁਣਨਾ। ਮੇਰੇ ਵੀਰ ਕਿਰਪਾਲ ਸਿੰਘ ਜੀ ਜਿਨ੍ਹਾਂ ਪਿਆਰ ਨਾਲ ਸਾਨੂੰ ਇੱਥੇ ਬੁਲਾਇਆ, ਮੈਂ ਸੰਗਤਾਂ ਦਾ ਵੀ ਧੰਨਵਾਦ ਕਰਦਾ। ਕਿਤਨਾ ਰਾਹ ਭਰੇ ਤੁਰੇ ਆਉਂਦੇ ਆ। 9:30 ਤੋਂ ਉੱਤੇ ਟਾਈਮ ਹੋ ਚੱਲਿਆ। ਸੰਗਤਾਂ ਦੂਰ ਦੂਰ ਤੋਂ ਇਸ ਸਮਾਗਮ ਵਿੱਚ ਪਹੁੰਚ ਰਹੀਆਂ। ਇੱਕ ਵਾਰ ਕਲਗੀਧਰ ਪਾਤਸ਼ਾਹ ਮਹਾਰਾਜ ਭਾਈ ਨੰਦ ਲਾਲ ਨੂੰ ਕਹਿਣ ਲੱਗੇ, ਭਾਈ ਨੰਦ ਲਾਲਾ, ਮੈਂ ਤੈਨੂੰ ਕੁਝ ਅੱਜ ਦੇਣਾ ਚਾਹੁੰਦਾ, ਦੱਸ ਤੇਰੀ ਕੀ ਇੱਛਾ ਵਾ। ਆਂਦਾ, ਮਹਾਰਾਜ ਜਦੋਂ ਆਏ ਸਾਂ ਬੜੀਆਂ ਇੱਛਾਵਾਂ ਲੈ ਕੇ ਆਏ ਸਾਂ, ਹੁਣ ਤੇ ਕੋਈ ਇੱਛਾ ਰਹਿ ਨਹੀਂ ਗਈ। ਵਾਹਿਗੁਰੂ। ਮਹਾਰਾਜ ਕਹਿਣ ਲੱਗੇ, ਨਹੀਂ ਅਸੀਂ ਤੇਰੇ ਤੇ ਪ੍ਰਸੰਨ ਹੋਏ ਆ, ਆਹ ਤੈਨੂੰ ਕੁਝ ਨਾ ਕੁਝ ਅਸੀਂ ਅੱਜ ਦੇਣਾ ਚਾਹੁੰਦੇ। ਵਾਹ ਵਾਹ ਆਂਦਾ, ਮਹਾਰਾਜ ਇਹ ਤੁੱਠੇ ਜੇ ਨਾ ਆਹ ਤੇ ਫਿਰ ਉਹਨਾਂ ਸੰਗਤਾਂ ਦੇ ਚਰਨਾਂ ਦੀ ਧੂੜ ਦੇ ਦਿਓ ਜਿਹੜੀਆਂ ਤੁਹਾਡੇ ਦਰਸ਼ਨ ਕਰਨ ਵਾਸਤੇ ਆਉਂਦੀਆਂ। ਵਾਹਿਗੁਰੂ। ਸਤਿ ਸ੍ਰੀ ਅਕਾਲ। ਸਾਹਿਬ ਗੁਰੂ ਅਰਜਨ ਸਾਹਿਬ ਜੀ ਨੂੰ ਸਿੱਖਾਂ ਨੇ ਪੁੱਛਿਆ ਸੀ, ਮਹਾਰਾਜ ਜੀ ਇਸ ਦੁਨੀਆ ਦੇ ਅੰਦਰ ਸਭ ਤੋਂ ਉੱਚਾ ਤੇ ਸੁੱਚਾ ਸਿਰੇ ਦਾ ਕੰਮ ਕਿਹੜਾ? ਆਹ ਤੇ ਗੁਰੂ ਅਰਜਨ ਸਾਹਿਬ ਦੇ ਬਚਨ, ਹਰ ਕੀਰਤ ਸਾਧ ਸੰਗਤ ਹੈ, ਸਿਰ ਕਰਮਨ ਕੀ ਸਿਰ ਕਰਮਨ ਕੇ ਕਰਮਾ, ਕਹੋ ਨਾਨਕ ਕਹੋ ਨਾਨਕ ਤਿਸ ਭਇਓ ਪ੍ਰਾਪਤ, ਜਿਸ ਜਿਸ ਪੁਰਬ ਲਿਖੇ ਕਾ ਲਹਿਣਾ। ਲਿਖੇ ਕਾ ਲੈਣਾ। ਸਿੱਖੋ ਦੁਨੀਆ ਵਿੱਚ ਸਭ ਤੋਂ ਉੱਚਾ ਤੇ ਸੁੱਚਾ ਸਿਰੇ ਦਾ ਕੰਮ ਹੈ ਆਹ ਸਤ ਸੰਗਤ ਕਰ ਲੈਣੀ। ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰਿਆ। ਸੋ ਤਰਿਆ। ਵੱਡੇ ਭਾਗਾਂ ਵਾਲੇ ਜੀ ਜਿਨ੍ਹਾਂ ਨੂੰ ਇਹ ਸੰਗਤ ਦੀਆਂ ਘੜੀਆਂ ਦਾ ਸੁਭਾਗ ਸਮਾਂ ਪ੍ਰਾਪਤ ਹੋਇਆ। ਹੁਕਮ ਹੋਇਆ, ਤੇਰੀ ਪ੍ਰੀਤ ਹੀ ਮੇਰਾ ਜੀਵਨ ਹੈ, ਤੇਰੇ ਨਾਮ ਨ ਚੱਲਣ ਸਵਾਸ ਮੇਰੇ। ਸੱਜਣੋ, ਜਿਹੜਾ ਸਵੇਰ ਤੋਂ ਬੰਦਾ ਸ਼ਾਮ ਤੱਕ ਭੱਜ ਦੌੜ ਕਰਦਾ, ਉਹ ਕਾਹਦੇ ਵਾਸਤੇ ਕਰਦਾ? ਹਰ ਬੰਦਾ ਤੇ ਸੁੱਖ ਦੀ ਭਾਲ ਵਿੱਚ ਹੈ ਨਾ। ਤੇ ਸੱਜਣੋ, ਅਸੀਂ ਸੁੱਖ ਕਿੱਥੋਂ ਲੱਭਦੇ ਆਂ? ਵੀ ਬਹੁਤ ਸਾਰਾ ਧਨ ਇਕੱਠਾ ਕਰ ਲਾਂਗੇ, ਬੱਚੇ ਸਾਡੇ ਆਈਲੈਟਸ ਕਰਕੇ ਤੇ ਬਾਹਰ ਚਲ ਜਾਣਗੇ ਤੇ ਅਸੀਂ ਖਨੀ ਸੌਖੇ ਹੋ ਜਾਾਂਗੇ। ਪਰ ਸਾਹਿਬ ਦੀ ਬਾਣੀ ਦਾ ਫਰਮਾਨ ਹੈ, ਸੁਖ ਨਾਹੀ ਬਹੁਤੇ ਧਨ ਖਾਟੇ, ਸੁਖ ਨਾਹੀ ਪੇਖੇ ਨਿਰਤ ਨਾਟੇ, ਸੁਖ ਨਾਹੀ ਬਹੁ ਦੇਸ਼ ਕਮਾਏ, ਸਰਬ ਸੁਖਾਂ ਹਰ ਹਰ ਗੁਣ ਗਾਏ। ਜੋ ਸੁਖ ਕੋ ਚਾਹੇ ਸਦਾ ਸਰਣ ਰਾਮ ਕੀ ਲੇ। ਪਾਤਸ਼ਾਹ ਕਹਿੰਦੇ, ਡਿੱਠਾ ਸਭ ਸੰਸਾਰ। 1 2 4 ਕੰਟਰੀਆਂ ਦੀ ਗੱਲ ਨਹੀਂ ਕੀਤੀ, ਇੱਕ ਸ਼ਬਦ ਵਿੱਚ ਸਮੁੱਚੇ ਜਗਤ ਦੀ ਗੱਲ ਕੀਤੀ ਮਹਾਰਾਜ ਨੇ। ਡਿੱਠਾ ਸਭ ਸੰਸਾਰ, ਸੁਖ ਨਾ ਨਾਮ ਬਿਨ, ਤਨ ਧਨ ਹੋਸੀ ਛਾਰ ਜਾਣੇ ਕੋਏ ਜਨ। ਸਿਮਰਤ ਵੇਦ ਪੁਰਾਨ ਪੁਕਾਰਨ ਪੋਥੀਆਂ, ਨਾਮ ਬਿਨਾ ਸਭ ਕੂੜ ਗਾਲੀ ਹੋਸ਼ੀਆਂ। ਗੋਬਿੰਦ ਭਜਨ ਬਿਨ ਬਿਰਥੇ ਸਭ ਕਾਮ, ਜੋ ਕਿਰਪਨ ਕੇ ਨਿਰਾਰਥ ਦਾਮ। ਹਿੰਦੂ ਧਰਮ ਦੇ ਅੰਦਰ 4 ਵੱਡੇ ਪਾਪ ਮੰਨੇ ਗਏ। 4 ਵੱਡੇ ਪਾਪ। ਅਜਗਰ ਪਾਪ, ਗਾਂ ਨੂੰ ਮਾਰਨਾ, ਬ੍ਰਾਹਮਣ ਦੀ ਹੱਤਿਆ ਕਰਨੀ, ਕੰਨਿਆ ਨੂੰ ਮਾਰਨਾ ਤੇ ਆਚਰਣ ਤੋਂ ਡਿੱਗੇ ਹੋਏ ਬੰਦੇ ਦਾ ਧਾਨ ਖਾਣਾ। ਇਹ 4 ਵੱਡੇ ਪਾਪ ਹਿੰਦੂ ਧਰਮ ਚ ਮੰਨੇ ਗਏ ਆ। ਇਹਨਾਂ ਚੌਹਾਂ ਦਾ ਇਹ ਲੱਥਾ ਗੁਰੂ ਗ੍ਰੰਥ ਸਾਹਿਬ ਦੀ ਪਵਿੱਤਰ ਬਾਣੀ ਇੱਕੇ ਪੰਕਤੀ ਨੇ ਕੀਤਾ। ਬ੍ਰਾਹਮਣ ਕੈਲੀ ਘਾਤ ਕੰਜਕਾਂ, ਅਣਚਾਰੀ ਕਾ ਧਾਨ, ਫਿਟਕ ਫਿਟਕਾ ਕੋੜ ਬਦੀਆਂ, ਸਦਾ ਸਦਾ ਅਭਿਮਾਨ, ਪਾਹੇ ਏਤੇ ਜਾਏ ਵੀਸਰ, ਨਾਨਕਾ ਇੱਕ ਨਾਮ। ਜਿਹਨੂੰ ਰੱਬ ਦਾ ਨਾਮ ਭੁੱਲ ਗਿਆ, ਉਹਨੂੰ ਦੂਜਾ ਪਾਪ ਕਰਨ ਦੀ ਲੋੜ ਹੀ ਕੋਈ ਨਹੀਂ। ਸਭ ਤੋਂ ਵੱਡਾ ਪਾਪੀ ਮਨੁੱਖ ਗੁਰਬਾਣੀ ਨੇ ਉਹ ਦੱਸਿਆ ਜੇ, ਜਿਹੜਾ ਮਨੁੱਖਾ ਜਨਮ ਲੈ ਕੇ ਪਰਮੇਸ਼ਰ ਦੀ ਬੰਦਗੀ ਨਹੀਂ ਕਰਦਾ, ਉਹਦੀ ਆਰਾਧਨਾ ਨਹੀਂ ਕਰਦਾ। ਵਾਹਿਗੁਰੂ। ਆ 6ਵੇਂ ਪਾਤਸ਼ਾਹ ਦੇ ਦਰਬਾਰ ਵਿੱਚ ਚੱਲ ਕੇ ਆਏ ਜੇ। ਅੱਜ ਪਰਨ ਕਰੋ ਕਿ ਸਾਡੀ ਜ਼ਿੰਦਗੀ 'ਚ ਕੋਈ ਵੀ ਇਹੋ ਜਿਹਾ ਨਿਭਾਗਾ ਦਿਨ ਨਾ ਆਵੇ ਜਿੱਦਣ ਅਸੀਂ ਆਪਣਾ ਅੰਮ੍ਰਿਤ ਵੇਲਾ ਸੌਂ ਕੇ ਨਗਾ ਲਈਏ।
ਸਿੱਖ ਦਾ ਜੀਵਨ ਅੰਮ੍ਰਿਤ ਵੇਲੇ ਤੋਂ ਆਰੰਭ ਹੁੰਦਾ, ਜਿਹੜਾ ਤਕਰੀਬਨ ਸਾਡੀ ਜ਼ਿੰਦਗੀ ਵਿੱਚੋਂ ਗਵਾ ਚੁੱਕਾ ਹੈ। ਜੇ ਕੋਈ ਆਖੇ ਮੇਰੇ ਘਰ ਵਿੱਚੋਂ ਕਲੇਸ਼ ਨਿਕਲ ਜਾਣ, ਮੇਰੀਆਂ ਸਾਰੀਆਂ ਬਿਮਾਰੀਆਂ ਕੱਟੀਆਂ ਜਾਣ, ਮੈਂ ਜਿਹੜੇ ਵੀ ਕੰਮ ਨੂੰ ਹੱਥ ਪਾਵਾਂ ਮੈਨੂੰ ਉਹਦੇ ਵਿੱਚ ਹੀ ਸਫਲਤਾ ਪ੍ਰਾਪਤ ਹੋਵੇ, ਮੇਰੀ ਆਉਣ ਵਾਲੀ ਘੜੀ ਜਿਹੜੀ ਆ ਉਹ ਖੁਸ਼ੀਆਂ ਭਰੀ ਹੋਵੇ, ਮੇਰਾ ਹਿਰਦਾ ਹਰ ਟਾਈਮ ਕੋਲ ਫੁੱਲ ਵਾਂਗੂ ਖਿੜਿਆ ਰਵੇ, ਮੇਰਾ ਲੋਕ ਤੇ ਪਰਲੋਕ ਵੀ ਸੇਲਾ ਹੋ ਜੇ, ਤੇ ਸਿੰਘੋ ਫਿਰ ਇੱਕੋ ਇੱਕ ਕਰਮ ਕਰਿਆ ਕਰੋ, ਆਹੋ ਅੰਮ੍ਰਿਤ ਵੇਲੇ ਉੱਠ ਕੇ ਬੰਦਗੀ ਦਾ ਆਹਾਰ ਕਰਿਆ ਕਰੋ, ਵਾਹ 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 ਵਾਹ। ਗੁਰੂ ਦੀ ਬਾਣੀ ਦਾ ਜਾਪ ਕਰਿਆ ਕਰੋ। ਕਬੀਰ ਇਹ ਘੜੀ ਆਦੀ ਕਰੀ ਸੱਜਣੋ, ਇੱਕ ਘੜੀ 24 ਮਿੰਟਾਂ ਦੀ ਹੁੰਦੀ ਹੈ। ਹਾਂ 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 ਜੇ ਤੁਸੀਂ 24 ਮਿੰਟ ਸਵੇਰੇ ਉੱਠ ਕੇ ਵਾਹਿਗੁਰੂ ਵਾਹਿਗੁਰੂ ਨਹੀਂ ਨਾ ਕਰਨ ਜੋਗੇ ਹਾਂ ਹਾਂ ਤੇ ਫਿਰ 12 ਮਿੰਟ ਹੀ ਕਰ ਲਿਓ। 12 ਮਿੰਟ ਤੇ ਜ਼ਿਆਦਾ ਨਹੀਂ ਨਾ। ਕਬੀਰ ਇਹ ਘੜੀ ਆਦੀ ਕਰੀ ਆਦੀ ਘੜੀ ਆਦੀ ਹੂੰ ਤੇ ਆਦ ਭਗਤਨ ਸੇਤੀ ਗੋਸ਼ਟੇ ਜੋ ਕੀਨੇ ਸੋ ਲਾਭ। ਸੋ ਲਾਭ ਫਿਰ 6 ਮਿੰਟ ਹੀ ਬਹਿ ਜਾਓ। ਇਹਨਾਂ ਤੇ ਬਹੋਗੇ ਨਾ, ਅੱਜ ਪਰਨ ਕਰਕੇ ਜਾਓ ਵੀ ਛੇਵੇਂ ਪਾਤਸ਼ਾਹ ਦੇ ਦਰਬਾਰ ਚ ਆਏ ਜੇ ਵੀ ਅਸੀਂ ਸਾਰਿਆਂ ਨੇ ਸਵੇਰੇ ਉੱਠ ਕੇ ਹਫਲੇ ਹੋਇਆ ਫੋਨ ਨੂੰ ਨਹੀਂ ਪੈਣਾ, ਪਹਿਲਾਂ 6 ਮਿੰਟ ਵਾਹਿਗੁਰੂ ਦਾ ਸਿਮਰਨ ਕਰਨਾ। ਜੋ ਬੋਲੇ ਸੋਹਣੀ ਹਾਲ, ਇਹ ਕੋਈ ਬਹੁਤਾ ਵੱਡਾ ਪਰਨ ਨਹੀਂ, ਇਹ ਤੇ 6 ਮਿੰਟ ਉਹਨਾਂ ਵਾਸਤੇ ਮੈਂ ਆਖਿਆ ਜਿਨ੍ਹਾਂ ਕਦੀ ਮੂੰਹ ਦੇ ਵਿੱਚੋਂ ਵਾਹਿਗੁਰੂ ਆਖਿਆ ਹੀ ਨਹੀਂਗਾ। ਪਹਿਲਾਂ 6 ਮਿੰਟ, ਫਿਰ 12 ਮਿੰਟ, ਫਿਰ 24 ਮਿੰਟ, ਫਿਰ 40 ਮਿੰਟ। ਜਦੋਂ ਤੁਸੀਂ ਸਵੇਰੇ ਉੱਠ ਕੇ 40 ਮਿੰਟ ਵਾਹਿਗੁਰੂ ਵਾਹਿਗੁਰੂ ਦਾ ਸਿਮਰਨ ਕਰਨ ਲੱਗ ਪਏ ਨਾ, ਸਿੰਘੋ ਤੁਹਾਨੂੰ ਫਿਰ ਜਾਗਣਾ ਨਹੀਂ ਪਊਗਾ, ਤੁਹਾਨੂੰ ਨਾਮ ਫਿਰ ਆਪਣੇ ਆਪ ਜਗਾਊਗਾ, ਤੇ 40 ਮਿੰਟ ਤੁਹਾਨੂੰ 4 ਮਿੰਟ ਵਰਗੇ ਲੱਗਣਗੇ। ਇਹਨੂੰ ਕਰਕੇ ਵੇਖ ਲਿਓ। ਸਤਿਗੁਰੂ ਕਿਰਪਾ ਕਰੇ ਸੀ ਕੇਵਲ ਤੇ ਕੇਵਲ ਗੁਰਬਾਣੀ ਨੂੰ ਮੱਥਾ ਟੇਕਣ ਤੱਕ ਸੀਮਤ ਰਹਿ ਗਏ ਹਾਂ। ਜੋ ਗੁਰੂ ਉਪਦੇਸ਼ ਕਰਦਾ ਜੇ ਕਿਤੇ ਉਹਦੇ ਚ ਜੀਵਨ ਨੂੰ ਤੋਰ ਲਈਏ, ਇਹ ਜੀਵਨ ਸੁੱਖਾਂ ਦੇ ਨਾਲ ਭਰਪੂਰ ਹੋ ਜਾਏਗਾ। ਆਓ ਛੰਦ ਦਾ ਸਿਰ ਲੇਖ ਹੈ, ਤੇਰੀ ਪ੍ਰੀਤ ਹੀ ਮੇਰਾ ਜੀਵਨ ਹੈ, ਜੀਵਨ ਹੈ ਤੇਰੇ ਨਾਮ ਨ ਚੱਲਣ ਸਵਾਸ ਮੇਰੇ। ਸਵਾਸ ਮੇਰੀ ਤੇਰੇ
ਸਨੀਆਂ ਕਾਲ ਮਰਨਨ ਬਿਸਰਨ ਗੋਬਿੰਦੇ ਗੋਬਿੰਦੇ ਜੀਵਨ ਹਰ ਨਾਮ ਤੇ ਆਵਣੇ। ਨਾਮ ਧਿਆਵਨ ਪਰਮੇਸ਼ਰ ਨੂੰ ਵਿਸਰ ਜਾਣਾ ਬੰਦੇ ਦੀ ਮੌਤ ਹੈ, ਉਹਦੀ ਆਰਾਧਨਾ ਕਰਨਾ, ਉਹਦਾ ਸਿਮਰਨ ਕਰਨਾ ਮਨੁੱਖ ਦਾ ਜੀਵਨ ਹੈ। ਇਹ ਦਾਤ ਸਾਨੂੰ ਗੁਰੂ ਹਰਗੋਬਿੰਦ ਪਾਤਸ਼ਾਹ ਦੇ ਚਰਨਾਂ 'ਚੋਂ ਸਾਰਿਆਂ ਨੂੰ ਪ੍ਰਾਪਤ ਹੋਵੇ। ਭੈਣੋ, ਇਹ ਉਹ ਦਰ ਹੈ ਜਿੱਥੇ ਇੱਕ ਮੰਗੀਏ ਨਾ ਤੇ 7-7 ਮਿਲਦੇ ਆ। ਮਾਤਾ ਸੁਲੱਖਣੀ ਨੇ ਇੱਕੋ ਹੀ ਦੀ ਮੰਗ ਕੀਤੀ ਸੀ, ਇੱਕ ਪੁੱਤਰ ਦੀ, ਤੇ ਗੁਰੂ ਹਰਗੋਬਿੰਦ ਪਾਤਸ਼ਾਹ ਟੁੱਟ ਕੇ ਆਹੋ ਉਸ ਮਾਤਾ ਸੁਲੱਖਣੀ ਦੀ ਝੋਲੀ ਵਿੱਚ 7 ਪੁੱਤਰਾਂ ਦੀ ਦਾਤ ਪਾਈ, 7 ਦੀ। ਵਾਹ 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 ਨਿਆਮਤਾਂ ਤੇ ਅੱਜ ਵੀ ਗੁਰੂ ਦੇ ਦਰ ਤੋਂ ਆ ਰਹੀਆਂ ਹੁੰਦੀਆਂ ਸਿੱਖ ਵਾਸਤੇ, ਪਰ ਅਸੀਂ ਇਸ ਦਰ ਨੂੰ ਛੱਡ ਕੇ ਤੇ ਗਾਂ ਪਖੰਡੀਆਂ ਦੇ ਡੇਰਿਆਂ ਨੂੰ ਤੁਰ ਪਏ ਨੇ। ਪਖੰਡੀਆਂ ਦੇ ਸੱਚ ਹੈ ਪਾਪ ਉਹ ਦਾਨ ਟੀਟ ਹੋਈ ਢੀਠ ਹੋਏ ਮੰਗੋ। ਜਦੋਂ ਢੀਠ ਹੋ ਕੇ ਮੰਗੋਗੇ ਸਾਰੀਆਂ ਦਾਤਾਂ ਪ੍ਰਾਪਤ ਹੋਣਗੀਆਂ। ਸਾਡੇ ਪਵਾ ਜਥਾ ਪਹੁੰਚ ਚੁੱਕਾ ਹੈ, 10 ਕੁ ਮਿੰਟ ਬਾਕੀ ਸਮਾਂ ਰਹਿ ਗਿਆ। ਵੀਰ ਗੁਰਪ੍ਰੀਤ ਸਿੰਘ ਜੀ ਲਾਂਡਰਾ ਵਾਲੇ ਬਹੁਤ ਸਾਰਾ ਮਾਣ ਕਰ ਗਏ ਅਤੇ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਦੇ ਢਾਡੀ ਸਾਜੇ ਹੋਏ ਆ। ਬਹੁਤੀਆਂ ਸ਼ਹਿਰ ਵਾਲੀਆਂ ਸੰਗਤਾਂ ਨੂੰ ਪਤਾ ਹੀ ਨਹੀਂ ਲੱਗਦਾ ਕਈ ਵਾਰਾਂ, ਤੇ ਸੈਕਟਰੀ ਸਾਹਿਬ ਕਹਿ ਦੋਗੇ ਵੀ ਹੁਣ ਤੁਹਾਡੇ ਸਾਹਮਣੇ ਕੀਰਤਨੀਏ ਕੀਰਤਨ ਕਰਨਗੇ ਜਾਂ ਬਹੁਤੀ ਗੱਲ ਢਾਡੀ ਕਹਿ ਦੇਣਗੇ। ਉਹਨਾਂ ਨੂੰ ਕਵੀਸ਼ਰੀ ਦਾ ਪਤਾ ਹੀ ਨਹੀਂ ਵੀ ਕਵੀਸ਼ਰੀ ਵੀ ਕੋਈ ਚੀਜ਼ ਹੁੰਦੀ ਹੈ। ਜਿਸ ਤਰ੍ਹਾਂ ਗੁਰੂ ਨਾਨਕ ਸਾਹਿਬ ਨੇ ਰਬਾਬੀਆਂ ਨੂੰ ਮਾਣ ਦਿੱਤਾ, ਪੰਚਮ ਪਾਤਸ਼ਾਹ ਨੇ ਰਾਗੀਆਂ ਨੂੰ ਮਾਣ ਦਿੱਤਾ, ਵਾਰੀ ਆਈ 6ਵੇਂ ਪਾਤਸ਼ਾਹ ਦੀ, ਉਹਨਾਂ ਨੇ ਢਾਡੀਆਂ ਨੂੰ ਮਾਣ ਦਿੱਤਾ। ਢਾਡੀਆਂ ਨੂੰ ਸੱਚ ਹੈ ਜੇ ਤੁਹਾਨੂੰ ਪੁੱਛ ਲੈ ਵੀ ਸਭ ਤੋਂ ਪਹਿਲੇ ਢਾਡੀ ਕਿਹੜੇ ਸੀ, ਤੇ ਫਿਰ ਚੇਤਾ ਰੱਖਿਓ ਪਿੰਡ ਸੁਰ ਸਿੰਘ ਦੇ ਰਹਿਣ ਵਾਲੇ ਨੱਥਾ ਤੇ ਅਬਦੁੱਲਾ ਢਾਡੀ ਸੀ। ਅਬਦੁੱਲਾ ਢਾਡੀ ਜਦੋਂ 6ਵੇਂ ਪਾਤਸ਼ਾਹ ਦੇ ਵਾਰਾਂ ਦਰਬਾਰ 'ਚ ਪੜੀਆਂ, ਗੁਰੂ ਕੇ ਸਿੱਖੋ ਮਹਾਰਾਜ 6ਵੇਂ ਪਾਤਸ਼ਾਹ ਨੇ ਸੋਨੇ ਦੀਆਂ ਟੱਡਾਂ ਦੇ ਕੇ ਨਵਾਜਿਆ। ਸੱਚ ਹੈ ਵਾਰੀ ਆਈ 10ਵੇਂ ਪਾਤਸ਼ਾਹ ਦੀ, ਉਹਨਾਂ 1 ਨਹੀਂ 2 ਨਹੀਂ 3 ਨਹੀਂ 4 ਨਹੀਂ 52 ਕਵੀ ਪੌਂਟਾ ਸਾਹਿਬ ਦੀ ਧਰਤੀ ਦੇ ਸਾਜੇ 52 ਕਵੀ। ਕੱਲ ਨੂੰ ਕਵੀ ਦਰਬਾਰ ਵੀ ਵੇਖਿਆ ਨਾ, ਪਹਿਲਾਂ ਇੱਕ ਇੱਕ ਤੋਂ ਕਵਿਤਾ, ਫਿਰ 2-2 ਤੋਂ, ਫਿਰ 3-3 ਤੋਂ, ਫਿਰ ਚੌਂਕੜੀਆਂ ਬਣਾ ਕੇ ਤੇ ਚੌਂ ਕੋ ਮਾਰਨੇ ਕਵਿਤਾ ਸੁਣਨੀਆਂ। ਤੇ ਜਦੋਂ ਖੁਸ਼ ਹੋਣਾ ਆਪਣੇ ਕਵੀਆਂ ਨੂੰ ਲੱਖ ਰੁਪਈਆ ਮਾਣ ਦੇ ਦੇਣਾ। ਸੁੱਤੇ ਪਿਆ ਮੋਹਰਾਂ ਦੀਆਂ ਥੈਲੀਆਂ ਮਾਰੇ ਰੱਖਦਿਆ ਕਰਦੇ ਸੀ ਕਵੀਆਂ ਦੇ ਸਰਾਣੇ। ਵਾਹਿਗੁਰੂ ਇੱਕ ਕਵੀ ਨੂੰ ਮਾਰਨੇ ਹਾਥੀ ਮਾਣ ਦਿੱਤਾ, ਹਾਥੀ, ਤੇ ਉਹ ਵਿਚਾਰਾ ਸਹਿਮਿਆ ਜਾਂ ਪਿੱਛੇ ਗੁੱਠੇ ਜੇ ਬਹਿ ਗਿਆ। ਮਹਾਰਾਜ ਕਹਿਣ ਲੱਗੇ ਤੈਨੂੰ ਅਸੀਂ ਹਾਥੀ ਦਾਨ ਦਿੱਤਾ ਤੇ ਤੂੰ ਸਹਿਮਿਆ ਕਿਉਂ, ਇਹਨਾਂ ਗੱਲ ਕੀ ਆ? ਆਂਦਾ ਮਹਾਰਾਜ ਤੁਸੀਂ ਮੈਨੂੰ ਹਾਥੀ ਤੇ ਦੇਤਾ ਜੇ, ਪਰ ਜਿਹੜੀ ਖੁਰਾਕ ਮੈਂ 1 ਮਹੀਨੇ 'ਚ ਖਾਣੀ ਆ ਇਹਨੇ ਤੇ 1 ਦਿਨ 'ਚ ਖਾ ਜਾਣੀ ਆ। ਵਾਹਿਗੁਰੂ ਮਹਾਰਾਜ ਕਹਿਣ ਲੱਗੇ ਤੂੰ ਘਾਬਰ ਨਾ, ਮੈਂ ਕੌਮ ਇਹੋ ਜੀ ਪੈਦਾ ਕਰ ਦੂੰਗਾ ਜਿਹੜੀ ਤੈਨੂੰ ਵੀ ਤੇ ਤੇਰੇ ਹਾਥੀ ਨੂੰ ਵੀ ਭੁੱਖਾ ਨਹੀਂ ਰਹਿਣ ਦੇਗੀ। ਸੱਚ ਹੈ ਆਓ ਵੀਰ ਗੁਰਪ ਕਿਰਪਾਲ ਸਿੰਘ ਵੱਲੋਂ ਹੁਕਮ ਹੈ ਕਿ ਜਫਰਨਾਮਾ ਕਲਗੀਧਰ ਪਾਤਸ਼ਾਹ ਦੀ ਲਿਖਤ ਸਿੱਖੋ ਵਿਦਿਆ ਇੱਕ ਇਹੋ ਜਿਹਾ ਧਨ ਹੈ ਜਿੱਥੇ AK 47 ਕੰਮ ਨਹੀਂ ਨਾ ਕਰਦੀ, ਉੱਥੇ ਵਿਦਿਆ ਕੰਮ ਕਰਦੀ ਜੀ। ਸੱਚ ਹੈ ਔਰੰਗਜ਼ੇਬ 14 ਜੰਗਾਂ ਹਾਰ ਕੇ ਵੀ ਆਪਣੀ ਹਾਰ ਨਹੀਂ ਸੀ ਮੰਨਿਆ, ਡਟਿਆ ਖੜਾ ਸੀ। ਆਂਦਾ ਮੈਂ ਗੁਰੂ ਗੋਬਿੰਦ ਸਿੰਘ ਦਾ ਰਹਿਣ ਕੋਈ ਨਹੀਂ ਦਿੱਤਾ। ਹਾਰਿਆ ਕਦੋਂ? ਜਦੋਂ ਮਰਨ ਨੇ ਉਹ ਚਿੱਠੀ ਭੇਜੀ, ਉਹ ਜਫਰਨਾਮਾ, ਉਹ ਸ਼ਬਦ ਸੀ ਜਿਹਨੂੰ ਪੜ੍ਹ ਕੇ ਰੰਗਾ ਮੁੜ ਕੇ ਮੰਜੇ ਤੋਂ ਉੱਠ ਨਾ ਸਕਿਆ, ਜਿਹਦੇ ਸਰੀਰ ਦੀ ਸਾਰੀ ਸਤਾ ਖਤਮ ਹੋ ਗਈ। ਜੋ ਮਰਨ ਨੇ ਬੋਲ ਲਿਖੇ ਸੀ, ਬੋਲ ਤੇ ਬਹੁਤ ਹੈ ਪਰ ਮੈਂ ਥੋੜੇ ਬਿਆਨ ਕਰੂੰਗਾ। ਗੁਰਸ਼ਨੇ ਚੇ ਕਾਰੇ ਕੁਨਦ ਚੇਲ ਨਰ ਕੀ ਦੇ ਲਖੇ ਕੇ ਦੇ ਲਖ ਆਏ ਬਰੀ ਆਇਦ ਬਰੋ ਬੇਖਬਰ ਔਰੰਗਜ਼ੇਬ ਤੂੰ ਮੇਰੇ 40 ਉੱਤੇ 10 ਲੱਖ ਚੜ੍ਹਦਾ ਹੀ। ਆਹਾ ਉਹ ਜਿਨ੍ਹਾਂ ਦੇ ਪੇਟ ਵਿੱਚ ਰੋਟੀ ਨਹੀਂ, ਬੰਦੂਕਾਂ ਵਿੱਚ ਬਰੂਦ ਨਹੀਂ, ਪੈਰਾਂ 'ਚ ਜੋੜਾ ਨਹੀਂ, ਤੇ ਤੂੰ ਮੈਨੂੰ ਦੱਸਿਆ ਵੀ ਨਹੀਂਗਾ। ਉਹ ਤੈਨੂੰ ਮਰ ਜਾਣਾ ਚਾਹੀਦਾ ਸੀ ਸ਼ਰਮ 'ਚ। ਤੇਰੇ ਵੱਡੇ ਵੱਡੇ ਜਰਨੈਲ ਚੜ ਕੇ ਆਏ ਜਿਨ੍ਹਾਂ ਦਾ ਸਤਿਗੁਰ ਨੇ ਜ਼ਿਕਰ ਕੀਤਾ, ਚੁਦੀਦਨ ਕੇ ਨਾਹਰ ਬਯਾਮਨ ਬਯੰਗ ਚੁਸ਼ੀਦਨ ਜਕਤੀ ਤਨ ਬੇਦਰੰਗ ਬੇਦਰੰਗ ਔਰੰਗਜ਼ੇਬ ਤੇਰਾ ਵੱਡਾ ਜਰਨੈਲ ਚੜ ਕੇ ਆਇਆ, ਮੇਰਾ ਇੱਕ ਤੀਰ ਵੱਜਾ ਲਹੂ 'ਚ ਡੁੱਬ ਗਿਆ। ਸੱਚ ਹੈ ਦੂਜਾ ਗਣੀ ਖਾਇਆ, ਉਹਦੀ ਗਿੱਚੀ 'ਚ ਛੱਡਿਆ, ਉਹ ਸਦਾ ਦੀ ਨੀਂਦ ਸੌਂ ਗਿਆ। 2 ਮਾਰੇ ਗਏ,
ਬਾਕੀ ਪਿਛਾਂ ਨੂੰ ਭੱਜਣ। ਇੱਕ ਬੜਾ ਹੰਕਾਰਿਆ ਜਰਨੈਲ ਖਵਾਜਾ ਮਰਦੂਦ ਅਲੀ, ਜਦੋਂ ਸੂਬਾ ਸਰਹੰਦ ਨੇ ਪਿਛਾਂ ਨੂੰ ਭੱਜਦਾ ਵੇਖਿਆ, ਲਲਕਾਰਾ ਮਾਰ ਕੇ ਕਹਿਣ ਲੱਗਾ, ਖਵਾਜਾ ਸਾਹਿਬ ਗੁਰੂ ਗੋਬਿੰਦ ਸਿੰਘ ਇਸ ਘੇਰੇ ਵਿੱਚੋਂ ਜਿੰਦਾ ਬਚ ਕੇ ਨਾ ਨਿਕਲ ਜੇ, ਇਹਨੂੰ ਜਿਉਂਦੇ ਨੂੰ ਕਾਬੂ ਕਰਨਾ। ਉਹਨੇ ਆਖਿਆ, ਨਾਜ਼ਮ ਸਾਹਿਬ ਗੁਰੂ ਗੋਬਿੰਦ ਸਿੰਘ ਨੂੰ ਜਿਉਂਦਿਆਂ ਫੱਲਣਾ, ਓਏ ਨਾ ਤੇ ਤੇਰੇ ਵਾਸਤੇ ਗੱਲ ਹੀ ਨਾ ਇਹ ਮੇਰੇ ਵਾਸਤੇ ਗੱਲ ਆ। ਜੇ ਤੈਨੂੰ ਮੈਂ ਤੁਰਿਆ ਫਿਰਦਾ ਨਹੀਂ ਚੰਗਾ ਲੱਗਦਾ ਤੇ ਮੈਂ ਵੀ ਪੌੜੀ ਚੜ ਜਾਣਾ। ਉਹਨੇ ਆਖਿਆ, ਫਿਰ ਹੋਗਾ ਇਹ ਬਹਾਦਰੀ ਦੀਆਂ ਗੱਪਾਂ ਜਨਾਨੀਆਂ ਕੋਈ ਬਹਿ ਕੇ ਮਾਰਨੀਆਂ ਜਾਣਦੇ ਜੇ। ਜਦੋਂ ਇਹ 5-7 ਡੰਡੇ ਤਾਂ ਚੜਿਆ ਨਾ, ਜਦੋਂ ਕਲਗੀਧਰ ਪਾਤਸ਼ਾਹ ਨੂੰ ਬੁਰਜ ਵਿੱਚ ਬੈਠਿਆ ਵੇਖਿਆ, ਇਹ ਇਸ ਤਰ੍ਹਾਂ ਛਹਿ ਗਿਆ ਜਿਸ ਤਰ੍ਹਾਂ ਕਬੂਤਰ ਬਾਜ ਨੂੰ ਵੇਖ ਕੇ ਛਹਿ ਜਾਂਦਾ। ਮਹਾਰਾਜ ਲਿਖ ਕੇ ਘੱਲਦੇ ਆ, ਦਰੇਗਾ ਅਗਰੋ ਰੂਏ ਦੀਦ ਮੈਂ ਬਿਯਕ ਬਾਯਕ ਤੀ ਲਾਚਾ ਬਖਸ਼ੀਦ ਮੇ ਰੰਗ ਜੇਬ ਤੇਰਾ ਜਰਨੈਲ ਥੋੜਾ ਜਿਹਾ ਤਾਂ ਹੋ ਜਾਂਦਾ। ਆਹਾ ਇਹ ਨਾੜਾਂ ਦਾ ਖੂਨ ਇਸੇ ਤਰ੍ਹਾਂ ਗਰਮ ਹੋਣਾ। ਗੁਰੂ ਕਿਰਪਾ ਕਰੇ। ਸ਼ਹਿਰ ਵਾਲੀਆਂ ਸੰਗਤਾਂ ਬਹੁਤਾ ਕੀਰਤਨ ਦੇ ਵਿੱਚ ਪਿਆਰ ਮਗਰ ਰਹਿੰਦੀਆਂ, ਪਰ ਇਹਨਾਂ ਪ੍ਰਬੰਧਕ ਜਨਾਂ ਨੇ ਤੁਹਾਡਾ ਜੰਮਿਆ ਹੋਇਆ ਨਾੜਾਂ ਦਾ ਖੂਨ ਗਰਮ ਕਰਨ ਵਾਸਤੇ। ਮੈਂ ਨਾ ਜੇ ਤੁਸੀਂ ਕਿਤੇ ਇਤਿਹਾਸ ਨਾ ਪੜ੍ਹਿਆ ਹੁੰਦਾ ਤੇ ਜ਼ਿਮੀਂਦਾਰਾਂ ਨੂੰ ਕਿਸੇ ਨੇ ਅੰਬਾਲਾ ਨਹੀਂ ਸੀ ਟੱਪਣ ਦੇਣਾ। ਅੰਬਾਲਾ ਇਹ ਤੁਹਾਡਾ ਇਤਿਹਾਸ ਸੀ, ਜਿਨ੍ਹਾਂ ਐਡੇ ਐਡੇ ਬੈਰੀਕੇਡ ਧੂ ਕੇ ਮਾਰੇ, ਪਾਣੀ ਦੀਆਂ ਵਿਛਾੜਾਂ ਦੀ ਪਰਵਾਹ ਨਾ ਕਰਦੇ ਹੋਏ ਆਪਣੀ ਮੰਜ਼ਿਲ ਤੇ ਪਹੁੰਚੇ। ਇਹ ਤੁਹਾਡਾ ਇਤਿਹਾਸ ਸੀ। ਸੱਚ ਹੈ। तो महाराज कहन लगे, औरंगजेब तेरा एक होर जरनैल जेकर थोड़ा जा ता हो जाता, एक तीर में ओनू भी बख्श देना सी। चिहा शुद्ध के चू ਚੂ बचगा कुश्ते चार। ਚਾਰ ओ रंगिया की हो गया जे तू मेरे 4 पुत मार देते थे। ਓਹੋ चिहा शुद्ध के चू बचगा कुश्ते चार ਬਾਕੀ के बाकी बिमा दस्ता पेचीदे मार। ਪੀਚੀਦੇ ਮਾਰ। अजे मेरा कुंडलिया सप खालसा जिਉਂਦਾ, ਆਹਾ ਜਿਹੜਾ ਤੇਰੇ ਪੈਰਾਂ ਥਲੇ ਕਰਾ ਭਾਂਬੜ ਮਚਾ ਦੇਗਾ। ਨਿਹੰਗ ਸਿੰਘ ਬੱਚੇ ਨੂੰ ਕਦੇ ਮੁੰਡਾ ਨਹੀਂ ਜਾਣਦੇ। ਮੁੰਡਾ ਉਹਨੂੰ ਕਹਿੰਦਾ ਸਿਰ ਮੂੰਹ ਮੁੰਨਿਆ ਜਾਂਦਾ, ਉਹ ਮੁੰਡਿਆ ਉਰਾ। ਨਿਹੰਗ ਸਿੰਘ ਬੱਚੇ ਨੂੰ ਭਚੰਗੀ ਕਹਿੰਦੇ ਆ, ਆਹਾ ਤੇ ਭਚੰਗੀ ਸੱਪ ਦਾ ਨਾਂ ਹੁੰਦਾ। ਵਾਹ ਵਾਹ ਬੰਦਾ ਦੋ ਚੀਜ਼ਾਂ ਤੋਂ ਬਹੁਤ ਡਰਦਾ, ਇੱਕ ਸੱਪ ਤੋਂ ਤੇ ਦੂਜਾ ਸ਼ੇਰ ਤੋਂ। ਮਾਰੇ ਨੇ ਦੋਵਾਂ ਦੀ ਤਸ਼ਬੀਹ ਆਪਣੇ ਸਿੱਖ ਨੂੰ ਦਿੱਤੀ ਆ। ਮੇਰਾ ਖਾਲਸਾ ਜੇ ਜਿਉਂਦਾ, ਜਿਹੜਾ ਤੇਰੇ ਪੈਰਾਂ ਥਲੇ ਕਰਾਂ ਲਾਂਬੂ ਲਾ ਦੇਗਾ। ਸੁਣੀਏ ਇੱਕ ਇੱਕ ਬੋਲ ਮੇਰੇ ਪਾਤਸ਼ਾਹ ਦਾ ਰੰਗੇ ਦਾ ਕਿਤਨਾ ਖਾਤਮਾ ਕਰ ਰਿਹਾ। ਸਕੇ ਭਰਾਵਾਂ ਦੀ ਜੋੜੀ ਤੁਹਾਡੇ ਸਾਹਮਣੇ ਆਖਰੀ ਲੈਣਾ ਇੰਜ ਬਿਆਨ ਕਰ ਰਹੀ। ਐਨ ਪੁਨਸਕ ਸਲਤਨਤ ਦੇ ਬਾਦਸ਼ਾਹ ਔਰੰਗਜ਼ੇਬ, ਤੂੰ ਪਲੰਦਾ ਝੂਠ ਦਾ ਤੇ ਤੂੰ ਹੈ ਬੰਦਾ ਪੁਰਫੁਰੇ। ਓ ਰੱਬ ਜਾਣੇ ਤੇਰੀਆਂ ਕਸਮਾਂ ਦੀ ਕਿੰਨੀ ਕਿਸਮ ਹੈ, ਝੂਠ ਦੀ ਹੈ ਰੂਹ ਤੇਰੀ ਤੇ ਝੂਠ ਦਾ ਹੀ ਜਿਸਮ ਹੈ। ਮੈਂ ਸ਼ੁਰੂ ਕਰਦਾ ਹਾਂ ਚਿੱਠੀ ਆਪਣੀ ਦਾ ਸਿਲਸਿਲਾ, ਵੇਖ ਮੇਰੇ ਦਿਲ ਦੀ ਰੰਗਤ ਦਾ ਨਜ਼ਾਰਾ ਈ ਬੁਜ਼ਦਿਲਾ। ਓ ਵਾਹਿਗੁਰੂ ਦੇ ਨਾਮ ਦਾ ਲਿਖਦਾ ਹਾਂ ਪਹਿਲਾ ਹਰਫ ਮੈਂ, ਤੀਰ ਵਾਂਗੂ ਮਾਰਦਾ ਹਾਂ ਹਰਫ ਤੇਰੀ ਤਰਫ ਮੈਂ। ਨਾ ਤੇਰੇ ਦਾ ਅਰਥ ਹੈ ਸੁੰਦਰ ਸਜਾਵਟ ਤਖਤ ਦੀ, ਪਰ ਤੇਰੀ ਸੂਰਤ ਹੈ ਲੱਗਦੀ ਸਿਤਮਗਰ ਕੰਬਖਤ ਦੀ। ਓ ਤੇਰੀ ਤਸਵੀਰ ਦੇਣ ਮਣ ਕੇ ਕੈਦ ਖਾਨੇ ਮੌਤ ਦੇ, ਡੰਡਿਆਂ ਦੇ ਨਾਲ ਕੱਢੇ ਅਰਥ ਤੂੰ ਡੰਡੋਤ ਦੇ। ਤੇਰੀ ਕੜਵੀ ਕਮੀਨੀ ਬਦਲਿਆਂ ਦੀ ਭਾਵਨਾ, ਹੁਣ ਚਾਹੁੰਦੀ ਜ਼ੋਰ ਗੁਰਗੋ ਬਿੰਦ ਦਾ ਅਜਮਾਵਣਾ। ਮੈਂ ਤੇਰੇ ਪੈਰਾਂ ਦੇ ਹੇਠਾਂ ਅੱਗੇ ਐਸੀ ਬਲਣੀ, ਜਿਸ ਨੇ ਤੇਰੀ ਸਲਤਨਤ ਤੇ ਬਾਦਸ਼ਾਹੀ ਗੱਲਣੀ। ਓਏ ਕੀ ਹੋਇਆ ਜੇ ਸ਼ੇਰ ਦੇ ਬੱਚੇ ਤੁਮਾਰੇ ਗਿੱਦੜਾ, ਕੀ ਹੋਇਆ ਜੇ ਸ਼ੇਰ ਦੇ ਵਾਹ ਵਾਹ। ਬੱਚੇ ਤੁਮਾਰੇ ਗਿੱਦੜਾ, ਕੀ ਹੋਇਆ ਜੇ
ਫਿਰਦਾ ਫੁੰਡਾਈ ਲਿੱਤੜਾ ਓ ਜੋ ਖੁਦਾ ਦੇ ਨਾਮ ਤੇ ਚੁੱਕੀਆਂ ਤੂੰ ਕਸਮਾਂ ਮਰ ਗਈਆਂ ਤੇਰੀਆਂ ਪੰਜੇ ਨਵਾਜਾਂ ਨੂੰ ਕਲੰਕਿਤ ਕਰ ਗਈਆਂ ਸੁਣਾਵਾਂ ਕਿਸ ਤਰ੍ਹਾਂ ਕਰਦੇ ਨੇ ਉਹਦੇ ਗੁਫ਼ਤਗੂ ਆਵਾਂ ਖਾਵਾਂ ਕਿਸ ਤਰ੍ਹਾਂ ਲੜਦੇ ਨੇ ਸੰਗਾ ਸੰਗ ਜ਼ੂ ਓ ਜੰਗ ਦੇ ਮੈਦਾਨ ਅੰਦਰ ਫੌਜਾਂ ਸਜਾਈਆਂ ਜਾਂਦੀਆਂ ਹੋ ਕੇ ਆਮੋ ਸਾਹਮਣੇ ਟੇਕਾਂ ਉਠਾਈਆਂ ਜਾਂਦੀਆਂ ਓਏ ਜੇ ਨਾ ਫੌਜਾਂ ਨੂੰ ਲੜਾਉਂਦਾ ਚਾਉਣਿਓ ਦੇ ਸ਼ਾਕਰੇ ਜੇ ਨਾ ਫੌਜਾਂ ਨੂੰ ਲੜਾਉਂਦਾ ਵਾਹ, ਵਾਹ। ਚਾਉਣਿਓ ਦੇ ਸ਼ਾਕਰੇ ਦੋਹਾਂ ਤਰ੍ਹਾਂ ਦੇ ਸੂਰਮੇ ਜਰਨੈਲ ਕਰਦੇ ਟੱਕਰੇ ਓ ਤੂੰ ਹੀ ਤਾਂ ਫੌਜ ਲੈ ਕੇ ਆ ਜਾ ਮੇਰੇ ਰੂਬਰੂ ਮੈਂ ਲੜਾਂਗਾ ਜੰਗ ਉਸੇ ਹੀ ਤਰ੍ਹਾਂ ਦੀ ਹੂਬਹੂ ਜੋ ਕੀਤਾ ਤੇਰੀਆਂ ਫੌਜਾਂ ਘੜੀ ਚਮਕੌਰ ਵਿੱਚ ਬੁਜ਼ਦਿਲੀ ਨੀ ਇਸ ਤੋਂ ਵੱਡੀ ਹੈ ਕੋਈ ਇਸ ਦੌਰ ਵਿੱਚ ਓ ਪੱਟਿਆ ਜਾ ਤੀਰ ਮੇਰੇ ਨੇ ਖਾਨ ਨਾਰ ਖਾਨ ਨੂੰ ਸਭ ਤੇਰੇ ਜਰਨੈਲ ਫਿਰਦੇ ਸੀ ਲਗਾਉਂਦੇ ਜਾਨ ਨੂੰ ਕੱਟ ਗਏ ਤੇਰੇ ਹਜ਼ਾਰਾਂ ਸੀ ਸਿਪਾਹੀ ਕੱਟ ਗਏ ਡਟ ਗਏ ਮੇਰੇ ਲੜਾਕੇ ਸਿੰਘ 40 ਡਟ ਗਏ ਓ ਤੇਰਾ ਖਵਾਜਾ ਜੋ ਮਰ ਤੂੰ ਦਮੱਡਾ ਸੂਰਮਾ ਜੇ ਨਾ ਲੁਕਦਾ ਉਸ ਦਾ ਮੈਂ ਕੱਟ ਦਿੰਦਾ ਚੂਰਮਾ ਉਸ ਨੂੰ ਕੀ ਅੱਜ ਆਉਣੀ ਸੱਚ ਜਿਸ ਦਾ ਯਾਰ ਹੈ ਵਾਹ, ਵਾਹ। ਉਸ ਨੂੰ ਕੀ ਅੱਜ ਆਉਣੀ ਸੱਚ ਜਿਸ ਦਾ ਯਾਰ ਹੈ ਉਸ ਨੂੰ ਕੀ ਫਿਕਰ ਜਿਸ ਦਾ ਰੱਬ ਪਹਿਰੇਦਾਰ ਹੈ ਓ ਸੱਚ ਦਾ ਝੰਡਾ ਮੈਂ ਤੇਰੇ ਤਖਤਾਂ ਉੱਤੇ ਕੱਟ ਕੇ ਰਾਹ ਉਲੀਕਾ ਗਾਨਵਾ ਇੱਕ ਤੀਰ ਆਪਣਾ ਛੱਡ ਕੇ ਇੱਕ ਤੀਰ ਆਪਣਾ ਛੱਡ ਕੇ ਆ ਕੀ ਲਿਖਿਆ ਚੜ੍ਹਦੀ ਕਲਾ ਉਸ ਕੌਮ ਦੀ ਸਦਾ ਰਹਿੰਦੀ ਉਹ ਕੌਮ ਦੀ ਸਦਾ ਰਹਿੰਦੀ ਕਿਹਦੀ ਉਹ ਜਿਹੜੀ ਜਿਹੜੀ ਆਪਣੇ ਫਰਜ਼ ਪਛਾਣਦੀ ਏ ਫਰਜ਼ ਪਛਾਣਦੀ ਉਹ ਤਖਤਾਂ ਤਾਜਾਂ ਤੇ ਲੋਭ ਤੇ ਥੁੱਕਦੀ ਓਏ ਨਹੀਂ ਠੁੱਕਦੀ ਨਹੀਂ ਤੇ ਸੋਝੀ ਆ ਜਾਵੇ ਆਪਣੀ ਸ਼ਾਨ ਦੀ ਏ ਕਿਸੇ ਦੁਖੀ ਮਜਲੂਮ ਦੀ ਹਾਂ ਸੜ ਕੇ ਤੇ ਬਾਜੀ ਲਾ ਦਿੰਦੀ ਆਪਣੀ ਜਾਨ ਦੀ ਏ ਉਹ ਤੇਰੇ ਬਾਣੇ ਸਰਬੱਤ ਦਾ ਭਲਾ ਉਹ ਹੋਵੇ ਚੰਦਨ ਸਿੱਖਿਆ ਤੇਰੇ ਨਿਸ਼ਾਨ ਦੀ ਸ਼ਾਨ ਦੀ ਇਹ ਨਾ ਕਿਸੇ ਤੇ ਵਾਅਦਾ ਕਰੋ ਨਾ ਵਾਅਦਾ ਜਰੋ ਸਿੱਖੀ ਵਿੱਚ ਪੂਰੇ ਹੋ ਖੰਡੇ ਬਾਟੇ ਦਾ ਅਮਰ ਛਕੋ ਮੈਂ ਸੋਚ ਰਿਹਾ ਸੀ ਵੀ 5-7 ਦਿਨ ਦਾ ਪ੍ਰਬੰਧਕ ਜਣ ਨੇ ਟਾਈਮ ਰੱਖ ਲਿਆ ਤੇ ਰੋਜ਼ ਤੇ ਸੰਗਤਾਂ ਨਹੀਂ ਆਉਣੀਆਂ ਮੈਂ 5 ਤਰੀਕ ਨੂੰ ਜਿਆਦਾ ਆਉਣਗੀਆਂ ਪਰ ਗੁਰੂ ਕਿਰਪਾ ਕਰੇ ਇਹਦੇ 10 ਵਾਚਰੇ ਦੇ ਰਾਹ ਭਰੇ ਤੁਰੇ ਆਉਂਦੇ ਆ ਵਾਹ ਸਤਿਗੁਰੂ ਕਿਰਪਾ ਕਰੇ ਬੜੇ ਸੂਝਵਾਨ ਸਕੱਤਰ ਸਾਹਿਬ ਅਗਲਾ ਪ੍ਰੋਗਰਾਮ ਲਾਉਸ ਕਰਨਗੇ ਪਹਿਲੀ ਵਾਰਾਂ ਜਲੰਧਰ ਸ਼ਹਿਰ ਦੀਆਂ ਸੰਗਤਾਂ ਦੇ ਦਰਸ਼ਨ ਕੀਤੇ ਆ ਬੜੇ ਪੜ੍ਹੇ ਲਿਖੇ ਵੀਰ ਬੈਠੇ ਆ ਬੇਅੰਤ ਭੁੱਲਾ ਕਰਕੇ ਹੋਵਾਂਗੇ ਅਣਜਾਣ ਬੱਚੇ ਸਮਝ ਕੇ ਮਾਫ ਕਰਨਾ ਭੈਣਾਂ ਦਾ ਖਾਸ ਕਰਕੇ ਧੰਨਵਾਦ ਜਿਨ੍ਹਾਂ ਆਪਣੀਆਂ ਗੱਲਾਂ ਨਹੀਂ ਕੀਤੀਆਂ ਸਾਹ ਰੋਕ ਰੋਕ ਕੇ ਗੁਰੂ ਦੇ ਬਚਨ ਸੁਣਿਆ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਦੇ ਪ੍ਰਕਾਸ਼ ਪੁਰਬ ਦੀ ਸਮੂਹ ਸੰਗਤਾਂ ਨੂੰ ਬੇਅੰਤ ਵਧਾਈ ਹੋਵੇ ਆਉਣ ਵਾਲਾ ਜਥਾ ਬੜਾ ਚੜ੍ਹਦੀ ਕਲਾ ਵਾਲਾ ਭਾਈ ਗੁਰਪ੍ਰੀਤ ਸਿੰਘ ਜੀ ਲੈਂਡਰਾਂ ਸਾਰਿਆਂ ਨੇ ਸੁਣ ਕੇ ਜਾਣਾ ਆਓ ਸਾਰੀਆਂ ਸੰਗਤਾਂ ਪਿਆਰ ਸਹਿਤ ਗੁਰੂ ਸਾਹਿਬ ਨੂੰ ਸੀਸ ਝੁਕਾਓ ਤੇ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਵਾਹਿਗੁਰੂ ਜੀ ਕੀ